ਸਤਿ ਸ਼੍ਰੀ ਅਕਾਲ ਜੀ। ਸੌਰੀ ਮੈਂ ਨਹੀਂ ਤੁਸੀਂ ਲੈ ਕੇ ਆਏ ਹੋ ਨਹੀਂ, ਦੱਸੋ ਨਹੀਂ। ਥੋੜਾ ਦੱਸ ਕੇ ਦਿਓ ਹਾਂ ਫਿਰ ਪਤਾ ਨਹੀਂ ਕਿ ਥੋੜਾ ਇਹ ਮੈਂ ਤੁਹਾਨੂੰ ਪਤਾ ਜੀ ਵਿਰੋਧ ਕਰਨ ਆਏ ਹੋ? ਇਹ ਵਿਰੋਧੀਅਤ ਤਾਂ ਕਰ ਰਹੇ ਨੇ ਲੇਕਿਨ ਵਿਰੋਧ ਦਾ ਹੀ ਨਹੀਂ ਪਤਾ ਕਿਸ ਚੀਜ਼ ਦਾ ਵਿਰੋਧ ਹੋ ਰਿਹਾ। ਜਾਣਕਾਰੀ ਥੋੜੀ ਮੋਟੀ ਤਾਂ ਹੋਊਗੀ ਤੁਹਾਨੂੰ। ਕਾਹਦੀ ਜੀ? ਐਮਐਸਪੀ ਦੀ ਗੱਲ ਕੀਤੀ ਜਾਵੇ। ਮੈਨੂੰ ਇੰਨੀ ਜਾਣਕਾਰੀ ਨਹੀਂ। ਅਸੀਂ ਖੇਤੀਬਾੜੀ ਵਾਲੇ ਆ ਰੋਸ ਦੇ ਵਿੱਚ ਆਏ ਹੋਏ ਆ, ਕਾਲੇ ਝੰਡੇ ਬੰਨ੍ਹ ਕੇ ਆਏ ਆ। ਮਹਾਰਾਜ ਇਹਨਾਂ ਨੂੰ ਸਰਬੱਤ ਬਖਸ਼ੇ, ਜ਼ਿਮੀਂਦਾਰਾਂ ਨੂੰ ਨਾ ਜਾਣ। ਐਮਐਸਪੀ ਕੀ ਹੈ ਭਾਜੀ, ਫੁੱਲ ਫਾਰਮ ਦੱਸ ਸਕਦੇ ਹੋ? ਐਮਐਸਪੀ ਦੀ ਫੁੱਲ ਫਾਰਮ ਕੀ ਹੈ? ਮੈਨੂੰ ਨਹੀਂ ਪਤਾ ਜੀ। ਵਿਰੋਧ ਕਿਸ ਚੀਜ਼ ਦਾ? ਇਹ ਜੀ ਜਿਹੜਾ ਵਿਧਾਨ ਸਭਾ ਤੋਂ ਬਿੱਲ ਕੋਈ ਪਾਸ ਹੋਇਆ, ਐਮਐਸਪੀ ਹੈ ਕੀ ਹੈ? ਐਮਐਸਪੀ ਸਰ ਇਦਾਂ ਹੈ, ਇੱਕ ਜਿਹੜੀ ਆਪਣੀ ਰੇਟ ਹੁੰਦਾ ਹੈ ਕਿ ਆਪਣੇ 1 ਕਿੱਲੇ ਦੇ ਵਿੱਚ ਕਿੰਨੀ ਆਮਦਨ ਆਉਂਦੀ ਆ, ਆਪਾਂ ਕਿੰਨੀ ਬੋਰੀ ਖਾਦ ਪਾਉਂਦੇ ਆ, ਕਿੰਨਾ ਕੀ ਪਾਉਂਦੇ ਆ, ਕਿੰਨਾ ਆਪਣਾ ਖਰਚਾ ਆਉਂਦਾ ਆ, ਤੇ ਉਹਦਾ ਇੱਕ ਰੇਟ ਆਪਾਂ ਨੂੰ ਕੀਤਾ ਜਾਂਦਾ ਆ। ਉਹ ਜਿੱਦਾਂ ਸਮਝ ਲਓ 1 ਕਿੱਲੇ 'ਚ ਆਪਣਾ 10,000 ਲੱਗਦਾ ਜਾਂ 5,000 ਲੱਗਦਾ ਆ। ਹੁਣ ਆਪਾਂ ਨੂੰ ਉਹ ਖਤਮ ਕਰਤਾ ਇਹਨਾਂ ਨੇ। ਇਹਨੇ 3 ਬਿੱਲ ਪਾਸ ਕੀਤੇ ਗਏ। ਇੱਕ ਤਾਂ ਜੀ ਕੀਤਾ ਇਹਨਾਂ ਨੇ ਮੰਡੀਕਰਨ ਬੰਦ ਕਰਤਾ। ਇੱਕ ਇਹਨਾਂ ਨੇ ਕੰਟਰੈਕਟ ਫਾਰਮਿੰਗ ਜਿਹੜਾ ਹਜੇ ਲਾਂਚ ਹੋਣਾ ਵਾ ਉਹ ਆ ਰਿਹਾ। ਇੱਕ ਪਹਿਲਾਂ ਇੱਕ ਬਿੱਲ ਹੋਰ ਆ ਵੀ ਜਿਹਦੇ 'ਚ ਹਾਂਜੀ 2020 ਦੇ ਵਿੱਚ 2 ਬਿੱਲ ਪਾਸ ਹੋ ਗਏ, ਤੀਜੇ ਤੇ ਰਹਿ ਗਏ ਸਾਈਨ ਹੋਣੇ। ਹਾਂਜੀ ਤੀਸਰਾ ਬਿੱਲ ਕਿਹੜਾ? ਤੀਸਰਾ ਬਿੱਲ ਹੈ ਫਾਰਮਿੰਗ ਵਾਲਾ ਰਹਿੰਦਾ ਹਜੇ, ਪਾਸ ਕਰ ਦਿੱਤਾ ਗਿਆ। ਪਾਸ ਕਰ ਦਿੱਤਾ ਗਿਆ। ਸਪੋਕਸਮੈਨ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। ਤੁਹਾਨੂੰ ਦੱਸ ਦਈਏ ਅਸੀਂ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਖੜੇ ਹਾਂ। ਤਸਵੀਰਾਂ ਤੁਹਾਨੂੰ ਮੈਂ ਲਾਡੋਵਾਲ ਟੋਲ ਪਲਾਜ਼ਾ ਦੀ ਦਿਖਾ ਰਿਹਾ, ਜਿੱਥੇ ਦਿਨ ਰਾਤ ਦੀ ਗੱਲ ਕੀਤੀ ਜਾਵੇ ਆਵਾਜਾਈ ਜਿਹੜੀ ਲਗਾਤਾਰ ਲੱਗੀ ਰਹਿੰਦੀ ਸੀਗੀ ਤੇ ਉਸ ਤੋਂ ਬਾਅਦ ਵੱਡੀ ਕਤਾਰਾਂ ਲੱਗਦੀਆਂ ਸੀ। ਅੱਜ ਲਾਡੋਵਾਲ ਟੋਲ ਪਲਾਜ਼ਾ ਬਿਲਕੁਲ ਹੀ ਸਾਫ਼ ਤੇ ਸੁਨਸਾਨ ਨਜ਼ਰ ਆ ਰਿਹਾ। ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਦੂਜੇ ਪਾਸੇ ਮੈਂ ਤੁਹਾਨੂੰ ਦਿਖਾ ਦੇਵਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਹੈਗਾ ਵਾ ਰੋਡ ਜਾਮ ਕੀਤਾ ਗਿਆ। ਲਾਡੋਵਾਲ ਟੋਲ ਪਲਾਜ਼ਾ ਜਿਹੜਾ ਰੋਡ ਆ ਪੂਰਾ ਤਰ੍ਹਾਂ ਜਾਮ ਕਰਕੇ ਰੋਸ ਮਾਰਚ ਕੀਤਾ ਜਾ ਰਿਹਾ ਵਾ। ਜਿਹੜੀ 3 ਬਿੱਲ ਜਿਹੜੇ ਹੈਗੇ ਨੇ ਪਾਸ ਕੀਤੇ ਗਏ ਨੇ, ਉਹ ਬਿੱਲ ਕਿਉਂ ਕੀ ਹੈਗੇ ਨੇ ਜਾਣਦੇ ਹਾਂ। ਇੱਕ ਭਾਈ ਸਾਹਿਬ ਲੈ ਕੇ ਆ ਰਹੇ ਨੇ ਕਾਲੀ ਝੰਡੀ, ਇਹਨਾਂ ਨੂੰ ਪੁੱਛਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸੌਰੀ ਮੈਂ ਨਹੀਂ ਤੁਸੀਂ ਲੈ ਕੇ ਆਏ ਹੋ ਨਹੀਂ, ਦੱਸੋ ਨਹੀਂ। ਥੋੜਾ ਦੱਸ ਕੇ ਦਿਓ ਹਾਂ ਫਿਰ ਪਤਾ ਨਹੀਂ ਕਿ ਥੋੜਾ ਇਹ ਮੈਂ ਤੁਹਾਨੂੰ ਪਤਾ ਜੀ ਵਿਰੋਧ ਕਰਨ ਆਏ ਹੋ? ਇਹ ਵਿਰੋਧੀਅਤ ਤਾਂ ਕਰ ਰਹੇ ਨੇ ਲੇਕਿਨ ਵਿਰੋਧ ਦਾ ਹੀ ਨਹੀਂ ਪਤਾ ਕਿਸ ਚੀਜ਼ ਦਾ ਵਿਰੋਧ ਹੋ ਰਿਹਾ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਠੀਕ ਹੋ? ਹਾਂ ਜੀ, ਕੁਲਦੀਪ ਸਿੰਘ ਜੀ। ਬਾਬਾ ਜੀ ਆਹ ਦੱਸੋ ਕੁਲਦੀਪ ਜੀ, ਅੱਜ ਬੈਠੇ ਹੋ ਕਿਸਾਨ ਜਥੇਬੰਦੀਆਂ 3 ਆਰਡੀਨੈਂਸ ਜਿਹੜੇ ਪਾਸ ਕਰ ਦਿੱਤੇ ਗਏ ਨੇ, ਕੀ ਹੈ ਕਿ ਮੋਦੀ ਸਰਕਾਰ ਦੀ ਗੱਲ ਕੀਤੀ ਹੈ, ਕਿਉਂ ਪਾਸ ਕੀਤੇ ਗਏ ਤੇ ਕਾਂਗਰਸ ਦੇ ਮੈਨੀਫੈਸਟੋ 'ਚ ਲਿਖੇ ਗਏ ਸੀਗੇ? ਉਹ ਮਹਾਰਾਜ ਕਿਸਾਨਾਂ ਨੂੰ ਉਜਾੜਨ ਦਾ ਸਾਰਾ ਮੁੱਦਾ, ਕਿਸਾਨ ਕਦੇ ਉੱਜੜਿਆ ਨਹੀਂ, ਰੱਬ ਨਾ ਉਜਾੜੇ ਇਹਨੂੰ। ਜਦ ਰੱਬ ਉਜਾੜਦਾ ਉਦੋਂ ਉੱਜੜਦਾ। ਸਦਾ ਚੜ੍ਹਦੀ ਕਲਾ 'ਚ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਐਮਐਸਪੀ ਦੀ ਗੱਲ ਕੀਤੀ ਜਾਵੇ, ਜਾਣਕਾਰੀ ਹੈਗੀ ਹੈ ਐਮਐਸਪੀ ਦੀ ਉੱਤੇ ਤੁਹਾਨੂੰ? ਮੈਂ ਬਲਕਿ ਤੋਂ ਜਹਦਾ ਕੁਲਦੀਪ ਸਿੰਘ। ਅੱਛਾ, ਤੁਹਾਨੂੰ ਜਾਣਕਾਰੀ ਹਾਂਜੀ ਜਾਣਕਾਰੀ ਥੋੜੀ ਮੋਟੀ ਤਾਂ ਹੋਊਗੀ ਤੁਹਾਨੂੰ। ਕਾਹਦੀ ਜੀ? ਐਮਐਸਪੀ ਦੀ ਗੱਲ ਕੀਤੀ ਜਾਵੇ। ਨਹੀਂ ਮੈਨੂੰ ਇੰਨੀ ਜਾਣਕਾਰੀ ਨਹੀਂ। ਅਸੀਂ ਖੇਤੀਬਾੜੀ ਵਾਲੇ ਆ ਰੋਸ ਦੇ ਵਿੱਚ ਆਏ ਹੋਏ ਆ, ਕਾਲੇ ਝੰਡੇ ਬੰਨ੍ਹ ਕੇ ਆਏ ਆ। ਮਹਾਰਾਜ ਇਹਨਾਂ ਨੂੰ ਸਰਬੱਤ ਬਖਸ਼ੇ, ਜ਼ਿਮੀਂਦਾਰਾਂ ਨੂੰ ਨਾ ਜਾਣ। ਸਾਡੀ ਤਾਂ ਇਹੀ ਬੇਨਤੀ ਹੈ। ਇਹ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੇ ਲੋਕ ਸਾਡੇ ਨਾਲ ਮੌਜੂਦ ਸੀਗੇ। ਬਾਬਾ ਜੀ ਮੌਜੂਦ ਸੀਗੇ। ਭਾਈ ਸਾਹਿਬ ਤੁਸੀਂ ਕਿੱਥੋਂ ਆਏ ਹੋ? ਮੈਂ ਸਮਰਾਲੇ ਤੋਂ ਆਇਆ ਭਾਜੀ। ਐਮਐਸਪੀ ਕੀ ਹੈ ਭਾਜੀ, ਫੁੱਲ ਫਾਰਮ ਦੱਸ ਸਕਦੇ ਹੋ? ਐਮਐਸਪੀ ਦੀ ਫੁੱਲ ਫਾਰਮ ਕੀ ਹੈ? ਮੈਨੂੰ ਨਹੀਂ ਪਤਾ ਜੀ। ਵਿਰੋਧ ਕਿਸ ਚੀਜ਼ ਦਾ? ਇਹ ਜੀ ਜਿਹੜਾ ਵਿਧਾਨ ਸਭਾ ਤੋਂ ਬਿੱਲ ਕੋਈ ਪਾਸ ਹੋਇਆ ਕਿ ਕਿਸਾਨ ਯੂਨੀਅਨ ਦਾ, ਜਿਹੜਾ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ ਯਾਰ? ਭਾਜੀ ਮੇਰੀ ਗੱਲ ਸੁਣ, 1 ਮਿੰਟ ਮੇਰੀ ਗੱਲ ਸੁਣ। ਮੇਰੀ ਗੱਲ ਸੁਣ, ਕੈਮਰੇ ਦੇ ਮੂਹਰੇ ਕਿਉਂ ਕਰੀ ਜਾਂਦੇ ਯਾਰ? ਇਹ ਵੀ ਭਾਈ ਸਾਹਿਬ ਆਏ ਹੋਏ ਨੇ ਇੱਥੇ। ਕਿਹਨੂੰ ਕੀ ਪਤਾ, ਪੁੱਛਦੇ ਹਾਂ ਆਪਾਂ, ਜ਼ਿਆਦਾ ਗੱਲਬਾਤ ਕਰਾਂਗੇ ਆਪਾਂ। ਲੇਕਿਨ ਅੱਗੇ ਤਸਵੀਰਾਂ ਦਿਖਾ ਦੇਵਾਂ।
ਮੌਜੂਦ ਨੇ, ਸਾਡੇ ਵੱਡੇ ਭਰਾ ਮੌਜੂਦ ਨੇ। ਭਾਜੀ ਸਤਿ ਸ਼੍ਰੀ ਅਕਾਲ, ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਜੀ। ਠੀਕ ਹੋ? ਠੀਕ ਆ ਜੀ। ਆਪਣਾ ਗੁੱਡ ਨੇਮ? ਬਲਜੀਤ ਸਿੰਘ ਸਿੱਧੂ। ਮਨਜੀਤ ਭਾਜੀ ਐਮਐਸਪੀ ਹੈ ਕੀ ਹੈ? ਐਮਐਸਪੀ ਸਰ ਇਦਾਂ ਹੈ, ਇੱਕ ਜਿਹੜੀ ਆਪਣੀ ਰੇਟ ਹੁੰਦਾ ਕਿ ਆਪਣੇ ਇੱਕ ਕਿੱਲੇ ਦੇ ਵਿੱਚ ਕਿੰਨੀ ਆਮਦਨ ਆਉਂਦੀ ਆ, ਆਪਾਂ ਕਿੰਨੀ ਬੋਰੀ ਖਾਦ ਪਾਉਂਦੇ ਆ, ਕਿੰਨਾ ਕੀ ਪਾਉਂਦੇ ਆ, ਕਿੰਨਾ ਆਪਣਾ ਖਰਚਾ ਆਉਂਦਾ ਆ, ਤੇ ਉਹਦਾ ਇੱਕ ਰੇਟ ਆਪਾਂ ਨੂੰ ਕੀਤਾ ਜਾਂਦਾ ਆ। ਉਹ ਜਿੱਦਾਂ ਸਮਝ ਲਓ ਇੱਕ ਕਿੱਲੇ 'ਚ ਆਪਣਾ 10,000 ਲੱਗਦਾ ਜਾਂ 5,000 ਲੱਗਦਾ ਆ, ਹੁਣ ਆਪਾਂ ਨੂੰ ਉਹ ਖਤਮ ਕਰਤਾ ਇਹਨਾਂ ਨੇ। ਐਮਐਸਪੀ ਦੀ ਫੁੱਲ ਫਾਰਮ ਕੀ ਮੇਰਾ ਭਰਾ? ਐਮਐਸਪੀ ਤੁਸੀਂ ਦੱਸ ਦਿਓ, ਮੈਨੂੰ ਨਹੀਂ ਪਤਾ। ਮਿਨੀਮਮ ਸਪੋਰਟ ਪ੍ਰਾਈਸ। ਮਿਨੀਮਮ ਸਪੋਰਟ ਪ੍ਰਾਈਸ। ਹਾਂ, ਤੁਸੀਂ ਕਹਿ ਰਹੇ ਹੋ ਤੁਹਾਡੇ ਭਰਾ ਨੇ, ਸਾਡੇ ਨਾਲ ਦੇ ਨੇ, ਥੋੜਾ ਐਜੂਕੇਟਿਡ ਇੱਕ ਵਾਰੀ ਪਤਾ ਕੀ ਹੁੰਦਾ, ਕਈ ਵਾਰੀ ਹੁੰਦਾ ਕਿ ਜਦੋਂ ਆਪਾਂ ਕਦੀ ਅੱਜ ਤੱਕ ਲਾਈਵ ਨਹੀਂ ਬੋਲਦੇ, ਮੇਰਾ ਫਸਟ ਟਾਈਮ ਲਾਈਵ ਹੈ, ਕਈ ਵਾਰੀ ਦਿਮਾਗ 'ਚ ਨਹੀਂ ਆਉਂਦਾ ਹੈਗਾ ਜੀ। ਕਿਹੜੇ 3 ਬਿੱਲ ਪਾਸ ਕੀਤੇ ਗਏ? ਇੱਕ ਤਾਂ ਜੀ ਕੀਤਾ ਇਹਨਾਂ ਨੇ ਮੰਡੀਕਰਨ ਬੰਦ ਕਰਤਾ, ਇੱਕ ਇਹਨਾਂ ਨੇ ਕੰਟਰੈਕਟ ਫਾਰਮਿੰਗ ਜਿਹੜਾ ਹਜੇ ਲਾਂਚ ਹੋਣਾ ਵਾ ਉਹ ਆ ਰਿਹਾ, ਇੱਕ ਪਹਿਲਾਂ ਇੱਕ ਬਿੱਲ ਹੋਰ ਆ ਵੀ ਜਿਹਦੇ 'ਚ ਹਾਂਜੀ 2020 ਦੇ ਵਿੱਚ 2 ਬਿੱਲ ਪਾਸ ਹੋ ਗਏ, ਤੀਜੇ ਤੇ ਰਹਿ ਗਏ ਸਾਈਨ ਹੋਣੇ। ਹਾਂਜੀ, ਤੀਸਰਾ ਬਿੱਲ ਕਿਹੜਾ? ਤੀਸਰਾ ਬਿੱਲ ਹੈ ਫਾਰਮਿੰਗ ਵਾਲਾ ਰਹਿੰਦਾ ਹਜੇ, ਪਾਸ ਕਰ ਦਿੱਤਾ ਗਿਆ। ਪਾਸ ਕਰ ਦਿੱਤਾ ਗਿਆ, ਦੂਜੇ ਤੇ ਸਾਈਨ ਹੋਇਆ ਜੇ ਤੀਜਾ ਪਾਸ। ਰਾਸ਼ਟਰਪਤੀ ਨੇ ਜਿਹੜਾ ਇੱਥੋਂ ਦੀ ਜਿਹੜੇ ਗਏ ਸੀ ਸੁਖਬੀਰ ਬਾਦਲ, ਰਾਸ਼ਟਰਪਤੀ ਦੇ ਜਦੋਂ ਸਾਈਨ ਕਰਾਏ ਸੀਗੇ ਉਸ ਤੋਂ ਅਗਲੇ ਦਿਨ ਜਾਏਗਾ ਤੀਜਾ ਬਿੱਲ ਵੀ ਪਾਸ ਕਰ ਦਿੱਤਾ ਗਿਆ। ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਗੀ, ਪਰ ਜਿਹੜੀ ਗੱਲ ਆ ਐਮਐਸਪੀ ਅਸੀਂ ਚਾਹੁੰਦੇ ਆ ਕਿ ਅਸੀਂ ਉਹਦੇ ਨਾਲ ਫਿਰ ਵੀ ਠੀਕ ਆ, ਜਿਹੜਾ ਆਰਡੀਨੈਂਸ ਆ ਤਿੰਨੇ ਚੀਜ਼ਾਂ ਠੀਕ ਆ, ਪਰ ਉਹਦੇ ਵਿੱਚ ਐਮਐਸਪੀ ਜ਼ਰੂਰ ਲਿਖਣੀ ਚਾਹੀਦੀ ਹੈ ਨਾਲ। ਮੋਦੀ ਸਾਹਿਬ ਕਹਿ ਰਹੇ ਆ ਸਿਰਫ ਉਹ, ਪਰ ਲਿਖ ਨਹੀਂ ਰਹੇ। ਉਹ ਰਿਟਰਨ 'ਚ ਚਾਹੀਦੀ ਆ। ਬਾਅਦ 'ਚ ਹੁਣ ਸਾਡੇ ਫੈਸਲੇ ਕੌਣ ਕਰਾਊਗਾ? ਇੱਥੇ ਮੋਦੀ ਸਾਹਿਬ ਆਇਆ ਕਰਨਗੇ ਇੱਥੇ ਸਾਡੇ ਫੈਸਲੇ ਕਰਾਉਣ। ਪ੍ਰਾਈਵੇਟ ਘਰਾਣਿਆਂ ਨੂੰ ਦੇ ਦਿੱਤਾ ਜਾਂਦਾ ਸਾਰਾ ਕੁਝ, ਫਿਰ ਤੁਸੀਂ ਜਿੱਦਾਂ ਆੜਤੀਓ ਕੋਲ ਕਿਸਾਨ ਬੰਦਾ ਪੈਸਾ ਲੈ ਲੈਂਦਾ ਵਾ ਅੱਗੇ ਫਸਲ ਬੋਣ ਲਈ, ਤੇ ਉਹ ਪ੍ਰਾਈਵੇਟ ਘਰਾਣਿਆਂ ਕੋਲ ਕਿੱਦਾਂ ਲਿੱਤਾ ਜਾਊਗਾ ਪੈਸਾ? ਉਹ ਲਿੱਤਾ ਹੀ ਨਹੀਂ ਜਾਣਾ, ਉਹਨਾਂ ਨੇ ਤਾਂ ਸਾਡੇ ਨਾਲ ਕੰਟਰੈਕਟ ਕਰ ਲੈਣਾ, ਉਹਨਾਂ ਨੇ ਸਾਡੇ ਦੁੱਖ ਥੋੜ੍ਹਾ ਹੁਣ ਇੱਥੇ ਸਾਨੂੰ ਰਾਤ ਨੂੰ ਕੋਈ ਇੱਥੇ ਬਿਮਾਰ ਹੋ ਜੇ, ਸਾਡੀ ਮਾਂ ਬਿਮਾਰ ਹੋ ਜੇ, ਭੈਣ ਬਿਮਾਰ ਹੋ ਜੇ, ਅਸੀਂ ਉਹ ਆੜਤੀਏ ਕੋਲ ਜਾਂਦੇ ਆ, ਉਹ ਆਨਲਾਈਨ ਪੈਸੇ ਭੇਜ ਦਿੰਦਾ ਉਹ, ਮੁੜ ਕੇ ਹੁਣ ਅਸੀਂ ਉਹਨਾਂ ਦੇ ਕਿੱਥੇ ਪੈਰ ਫੜਾਂਗੇ? ਉਹਨਾਂ ਨੇ ਪਹਿਲੀ ਗੱਲ ਤਾਂ ਆਪ ਨਹੀਂ ਆਉਣਾ, ਉਹਨਾਂ ਨੇ ਬੰਦੇ ਭੇਜਣੇ ਆ, ਉਹਨਾਂ ਨੇ ਕਹਿਣਾ ਜੀ ਅਸੀਂ ਅੱਗੇ ਗੱਲ ਕਰਦੇ ਆ, ਫਿਰ ਕਿਤੇ ਬੰਬੇ ਤੱਕ ਫੋਨ ਕਰਨਗੇ, ਫਿਰ ਸਾਨੂੰ ਪੈਸੇ ਹੋਣਗੇ। ਯਾਰ ਇੱਕ ਪੈਟਰੋਲ ਪੰਪ ਆਇਆ ਸੀਗਾ ਪੰਜਾਬ ਦੇ ਵਿੱਚ, ਬਹੁਤ ਵੱਡੀ ਕੰਪਨੀ ਸੀਗੀ ਜਿਹਨੇ ਪਹਿਲੇ ਮੁਨਾਫਾ ਦਿੱਤਾ ਸੀਗਾ, ਉਸ ਤੋਂ ਬਾਅਦ ਉਹਨੇ ਜਗ੍ਹਾ ਜਿਹੜੀ ਇੱਕ ਐਗਰੀਮੈਂਟ ਲਿਖਿਆ ਗਿਆ ਸੀਗਾ ਕਿ ਜਦੋਂ ਤੁਹਾਨੂੰ ਮੁਨਾਫਾ ਮੋਟਾ ਆ ਰਿਹਾ ਤੁਹਾਡੇ ਨਾਲ ਐਗਰੀਮੈਂਟ ਕੀਤਾ ਜਾਊਗਾ, ਤੁਹਾਡੀ ਜਗ੍ਹਾ ਲੈ ਲਿੱਤੀ ਜਾਊਗੀ। ਪ੍ਰਾਈਵੇਟ ਘਰਾਨਾ ਸੀਗਾ ਪੈਟਰੋਲ ਪੰਪ, ਪ੍ਰਾਈਵੇਟ ਘਰਾਨੇ ਨੇ ਫਿਰ ਉਸ ਤੋਂ ਬਾਅਦ ਪੈਟਰੋਲ ਪੰਪ ਬੰਦ ਹੋ ਗਿਆ ਸੀ, ਉਹ ਜਿਹੜੀ ਜ਼ਮੀਨਾਂ ਸੀਗੀਆਂ ਪ੍ਰਾਈਵੇਟ ਕਾਰਪੋਰੇਟ ਕੋਲ ਚਲੀ ਗਈਆਂ ਸੀਗੀਆਂ। ਯਾਦ ਹੈ ਤੁਹਾਨੂੰ ਕੁਝ? ਨਹੀਂ, ਇਸ ਬਾਰੇ ਮੈਨੂੰ ਨੌਲੇਜ ਨਹੀਂ ਹੈ। ਉਹੀ ਰੂਲ ਹੈ ਰੈਗੂਲੇਸ਼ਨ ਤੁਹਾਡੇ ਲੱਗਦਾ ਕਿਸਾਨਾਂ ਨਾਲ ਹੋ ਰਿਹਾ ਪ੍ਰਾਈਵੇਟ ਘਰਾਨਿਆਂ ਨਾਲ? ਉਹੀ ਸੇਮ ਚੀਜ਼ ਹੀ ਹੈ ਇਹ ਜਿਹੜਾ ਤੁਸੀਂ ਦੱਸ ਰਹੇ ਹੋ, ਇਹ ਤਾਂ ਜੀਓ ਵਾਲਾ ਕੰਮ ਆ। ਜੀਓ ਜਿਵੇਂ ਇਹਨਾਂ ਨੇ ਪਹਿਲਾਂ ਫ੍ਰੀ ਦੇਤਾ ਨੈਟ, ਸਾਨੂੰ ਲੋਲੀਪੌਪ ਦੇਤਾ, ਲੋਕੀ ਚੂਸਣ ਲੱਗ ਗਏ, ਲੋਕਾਂ ਨੂੰ ਚਾਹ ਪੈ ਗਿਆ, ਮੁੜ ਕੇ ਇਹਨਾਂ ਨੇ ਅੱਧਾ ਰੇਟ ਚੱਕਿਆ, ਮੁੜ ਕੇ ਹੋਰ ਚੱਕਿਆ, ਅੱਜ ਹੁਣ ਬਾਕੀ ਕੰਪਨੀਆਂ ਦੇ ਬਰਾਬਰ ਆ। ਗੱਲ ਕੀਤੀ ਬ੍ਰਦਰ, ਦੇਖ 2000 ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਾਂ, ਬੀਬੀ ਹਰਸਿਮਰਤ ਕੌਰ ਬਾਦਲ ਦੀ ਗੱਲ ਕਰਾਂ, ਇਹ ਲਗਾਤਾਰ ਲੱਗੀ ਹੋਈ ਸੀਗੀ ਉੱਥੇ ਬਿੱਲ ਪਾਸ ਕਰਾਉਣ ਨੂੰ, ਵਿੱਤ ਮੰਤਰੀ ਸੀਗੀ, ਆਹ ਮੌਕੇ ਤੇ ਆ ਕੇ ਅਸਤੀਫਾ ਕੋ ਦੇਤਾ। ਦੇਖੋ ਜੀ ਇਹ ਸਾਰਾ ਕੁਝ ਪਾਰਟੀਬਾਜ਼ੀ ਆ, ਬਾਕੀ ਆਪਾਂ ਇਸ ਬਾਰੇ ਆਪਾਂ ਕੁਝ ਨਹੀਂ ਕਹਿੰਦੇ। ਸ਼੍ਰੋਮਣੀ ਅਕਾਲੀ ਦਲ ਬਾਰੇ ਜੋ ਵੀ ਆ, ਤੁਸੀਂ ਵੀ ਤਾਂ ਕਾਂਗਰਸ ਪਾਰਟੀ ਤੋਂ ਹੀ ਆਏ ਹੋ। ਅਸੀਂ ਕਾਂਗਰਸ ਪਾਰਟੀ ਚੋਂ ਨਹੀਂ ਆਏ। ਗੱਲ ਸੁਣੋ, ਅੱਜ ਦੀ ਡੇਟ 'ਚ ਕੋਈ ਕਾਂਗਰਸ ਨਹੀਂ ਹੈਗਾ, ਕੋਈ ਅਕਾਲੀ ਨਹੀਂ ਹੈਗਾ, ਕੋਈ ਆਮ ਆਦਮੀ ਨਹੀਂ ਹੈਗਾ। ਅਸੀਂ ਕਿਸਾਨ ਏਕਤਾ ਯੂਨੀਅਨ ਵੱਲੋਂ ਆਏ ਆ, ਜਾਂ ਕਿ ਆਪਣੇ ਯੂਥ ਵੱਲੋਂ ਆਏ ਆ। ਕੋਈ ਇਸ ਟਾਈਮ ਪਾਰਟੀਬਾਜ਼ੀ ਉੱਠ ਕੇ ਮੈਂ ਕਹਿੰਦਾ ਮੈਂ ਕਾਂਗਰਸ ਨੂੰ ਵੋਟ ਪਾਉਣਾ, ਕਹਿੰਦਾ ਅਕਾਲੀਆਂ ਨੂੰ ਪਾਉਣਾ ਆ, ਜਿਹਨੂੰ ਮਰਜ਼ੀ ਪਾਉਂਦੇ ਹੋਈਏ। ਅੱਜ ਸਾਡੀ ਜ਼ਮੀਨ ਕਰਕੇ ਅਸੀਂ ਇੱਥੇ ਆਏ, ਪਰ ਪਾਰਟੀਆਂ ਬਾਜ਼ੀਆਂ ਕਰਕੇ ਨੇ, ਪਾਰਟੀਬਾਜ਼ੀ ਤੋਂ ਉੱਠ ਕੇ ਅਸੀਂ ਇੱਥੇ ਆਏ ਆ। ਭੋਲੇ ਭਾਈ ਦਾ ਭਰਾ, ਮੇਰੇ ਖਿਆਲ ਨਾਲ ਭਰਾ ਹੀ ਨੇ ਭੋਲੇ ਭਾਈ ਦੇ। ਆ ਮੈਂ ਕਹਿੰਦਾ ਬਿਲਕੁਲ ਭਰਾ ਆ। ਹਾਂ ਵੱਡੇ ਭਾਜੀ ਕੀ ਹਾਲ ਨੇ? ਠੀਕ ਹੋ? ਕੀ ਹਾਲ ਮਹਾਰਾਜ? ਟਾਈਮ ਬਾ ਵਧੀਆ ਜੀ, ਵਧੀਆ। ਭੋਲੇ ਭਾਜੀ ਕਿੱਥੇ ਨੇ? ਆ ਰਹੇ ਉਹਨੂੰ ਨਹੀਂ ਸੀਗਾ ਦੱਸੋ ਕਿ ਕਿੰਨੇ ਕ ਜਿਹੜੇ ਕਾਂਗਰਸੀ ਦੇ ਜਿਹੜੇ ਵਿਰੋਧ ਕੀਤਾ ਗਿਆ ਮੈਨੂਫੈਕਚਰਰ ਦੇ ਵਿੱਚ ਸੀਗਾ ਕਾਂਗਰਸ ਦੇ ਕਿ ਆ ਬਿੱਲ ਜਿਹੜੇ ਹੈਗੇ ਨੇ ਇਹ ਰੱਖੇ ਜਾਣ, ਲੇਕਿਨ ਤੁਸੀਂ ਵੀ ਅੱਜ ਕਹਿ ਰਹੇ ਹੋ ਕਿ ਆਪਾਂ ਕਿਸਾਨਾਂ ਦੇ ਨਾਲ, ਲੇਕਿਨ ਕਾਂਗਰਸ ਪਾਰਟੀ ਨੇ ਮੈਨੂਫੈਕਚਰਰ 'ਚ 3 ਬਿੱਲ ਰੱਖੇ ਸੀਗੇ, ਤੇ ਕਿੱਥੇ ਤੱਕ ਸਟੈਂਡ ਕਰੂਗੀ ਫਿਰ ਪਾਰਟੀ? ਨਹੀਂ, ਦੇਖੋ ਜੀ, ਉਹ ਪਾਰਟੀ ਦਾ ਜਿਹੜਾ ਉਹ ਵੋਟਾਂ ਲੈਣ ਲਈ ਉਹਨਾਂ ਦਾ ਸਿਸਟਮ ਹੁੰਦਾ। ਇਸ ਟਾਈਮ ਅਸੀਂ ਜਦੋਂ ਆਏ ਆ, ਅਸੀਂ ਕਿਸਾਨ ਦੇ ਪੁੱਤ ਆ, ਜਿਹੜੀ ਸਾਡੇ ਲਈ ਕੋਈ ਪਾਰਟੀ ਨਹੀਂ ਜਿਹੜੀ ਸਾਡੇ ਵਿਰੋਧੀ ਜਾਊਗੀ, ਠੀਕ ਹੈ ਜੀ। ਜਿਹੜਾ ਕਿਸਾਨ ਦਾ ਹੱਕ ਮਾਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ। ਪਰ ਪਾਰਟੀ ਛੱਡੀ ਜਾਊਗੀ ਭੋਲੇ ਭਾਈ? ਦੇਖੋ ਜੀ, ਉਹ ਪਾਰਟੀ ਦਾ ਮੈਟਰ ਨਹੀਂ ਹੈਗਾ ਇੱਥੇ, ਅਸੀਂ ਪਾਰਟੀ ਵੱਲੋਂ ਨਹੀਂ ਆ ਰਹੇ, ਕਿਸੇ ਪਾਸੋਂ ਨਹੀਂ ਆ ਰਹੇ, ਅਸੀਂ ਕਿਸਾਨ ਦੇ ਪੁੱਤ ਆ, ਕਿਸਾਨ ਦੇ ਹੱਕ ਲਈ ਲੜਾਂਗੇ ਤੇ ਲੜਦੇ ਰਵਾਂਗੇ। ਦਲਜੀਤ ਸਿੰਘ ਗਰੇਵਾਲ ਭੋਲਾ ਜੀ ਵੀ ਉੱਥੇ ਹੀ ਹੈਗੇ, ਉਹਨਾਂ ਨਾਲ ਵੀ ਜ਼ਿਆਦਾ ਗੱਲਬਾਤ ਕਰਾਂਗੇ ਆਪਾਂ। ਟਿੱਬਾ ਰੋਡ ਤੇ ਕਿਸ ਵਾਸਤੇ ਆਏ ਹੋ? ਭਾਜੀ ਅਸੀਂ ਜਿਹੜਾ ਇਹਨਾਂ ਨੇ ਬਿੱਲ ਪਾਸ ਕੀਤੇ, ਅਸੀਂ ਉਸ ਬਿੱਲ ਦਾ ਵਿਰੋਧ ਕਰਨ ਆਏ ਆ। ਕਿਹੜਾ ਬਿੱਲ ਪਾਸ ਕੀਤਾ ਮੇਰਾ ਭਰਾ? ਆਰਡੀਨੇਸ਼ਨ ਦਾ ਜਿਹੜਾ ਕੀਤਾ, ਖੇਤੀਬਾੜੀ ਦੇ ਜਿਹੜੇ ਬਿੱਲ ਪਾਸ ਕੀਤੇ ਆ ਉਹਦਾ ਵਿਰੋਧ ਕਰਨ ਆਏ ਆ, ਕਿਉਂਕਿ ਇਹ ਪੰਜਾਬੀਆਂ ਤੋਂ ਮਾਰਨਾ ਚਾਹੁੰਦੇ ਆ। ਜੋ ਮੋਦੀ ਚਾਹੁੰਦਾ ਨਾ ਇਹ ਕਦੇ ਨਹੀਂ ਹੋ ਸਕਦਾ, ਕਿਉਂਕਿ ਜਦੋਂ ਵੀ ਪੰਜਾਬ ਆਉਂਦਾ ਨਾ ਉਹਦੇ ਦਿਲ 'ਚ ਇੱਕ ਡਰ ਹੁੰਦਾ ਪੰਜਾਬੀਆਂ ਦੇ, ਠੀਕ ਹੈ ਜੀ। ਉਹ ਆਪਣਾ ਡਰ ਖਤਮ ਕਰਨ ਲਈ ਪੰਜਾਬੀਆਂ ਤੋਂ ਮਾਰਨਾ ਚਾਹੁੰਦਾ, ਠੀਕ ਹੈ ਜੀ। ਧੰਨਵਾਦ। ਦੇਖਣਾ ਭੋਲੇ ਭਾਜੀ ਕੀ ਹਾਲ ਨੇ ਜੀ? ਠੀਕ ਹੋ? ਭੋਲੇ ਭਾਜੀ ਅੱਜ ਇੱਥੇ ਪਹੁੰਚੇ ਹੋ, ਕਾਂਗਰਸ ਪਾਰਟੀ ਦਾ ਮੈਨੂਫੈਕਚਰਰ 'ਚ 3 ਬਿੱਲ ਸੀਗੇ,
ਉਦੋਂ ਕਿਉਂ ਨਹੀਂ ਬਗਾਵਤ ਕੀਤੀ ਗਈ ਜਦੋਂ ਮੈਨੀਫੈਸਟੋ ਦੇ ਵਿੱਚ ਤਿੰਨ ਬਿੱਲ ਸੀ? ਇੱਥੇ ਪਾਰਟੀ ਦਾ ਮਸਲਾ ਨਹੀਂ ਹੈਗਾ, ਇੱਥੇ ਕਿਸੇ ਪਾਰਟੀ ਦਾ ਮਸਲਾ ਨਹੀਂ, ਇੱਥੇ ਲੋਕਾਂ ਦਾ ਮਸਲਾ ਵਾ, ਇਨਸਾਨੀਅਤ ਦਾ ਮਸਲਾ ਵਾ, ਕਿਸਾਨੀ ਦਾ ਮਸਲਾ ਵਾ। ਤੁਸੀਂ ਪਾਰਟੀਬਾਜ਼ੀ ਨਾ ਕਰੋ। ਮਿਲ ਕੇ ਮੇਰੇ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵਾਂ, ਇਹੋ ਜਿਹੇ ਕੰਮ ਨਾ ਕਰੋ ਆਪਾਂ ਜਿਹੜੇ ਮਿਲ ਕੇ ਲੋਕਾਂ ਨੂੰ ਮੈਂ ਪਾਰਟੀਬਾਜ਼ੀ ਤੇ ਨਹੀਂ ਆ ਰਿਹਾ, ਮੈਂ ਤੁਹਾਨੂੰ ਆ ਸਿੱਧਾ ਸਵਾਲ ਪੁੱਛ ਰਿਹਾ ਵਾਂ। ਤੁਹਾਡੇ ਸੁਪਰੀਮੋ ਅਮਰਿੰਦਰ ਸਿੰਘ ਕਿਸਾਨਾਂ ਦੇ ਹਿੱਤ ਵਿੱਚ ਹੁੰਦੇ ਤਾਂ ਹਿੱਤ ਵਿੱਚ ਅਮਰਿੰਦਰ ਸਿੰਘ ਸੀਗੇ, ਹਿੱਤ ਵਿੱਚ ਤੇ ਬਿੱਲ ਪਾ ਕੈਂਸਲ ਕਿਉਂ ਕੀਤੇ ਗਏ? ਕਿਸੇ ਦੀ ਨੁਕਤਾਚੀਨੀ ਨਹੀਂ ਕਰਨਾ ਆ। ਮੈਂ ਸਾਰਿਆਂ ਨੂੰ ਬੇਨਤੀ ਕਰਨਾ ਆ ਵੀ ਆਪਾਂ ਇਕੱਠੇ ਹੋ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਨੂੰ ਬਚਾ ਲਈਏ, ਆਪਣੇ ਪੰਜਾਬੀਆਂ ਨੂੰ ਬਚਾ ਲਈਏ, ਆਪਣੇ ਪੰਜਾਬ ਨੂੰ ਬਚਾ ਲਈਏ। ਕੀ ਕਰੋਗੇ ਬਚਾਉਣ ਵਾਸਤੇ? ਬਿੱਲ ਤਾਂ ਪਾਸ ਹੋ ਗਏ, ਬਿੱਲ ਪਾਸ ਹੋ ਗਏ ਕਿ ਪਾਸ ਤਾਂ ਮਿਲ ਕੇ ਕਬਜ਼ਾ ਹਿੰਦੁਸਤਾਨ ਦੇ ਉੱਤੇ ਮਿਲ ਕੇ ਅੰਗਰੇਜ਼ਾਂ ਨੇ ਵੀ ਕਰ ਲਿਆ ਸੀ, ਉਹ ਵੀ ਵਾਪਸ ਚਲੇ ਗਏ ਸੀਗੇ। ਜਦੋਂ ਮਿਲ ਕੇ ਲੋਕ ਇਕੱਠੇ ਹੋ ਗਏ ਤੇ ਉਹ ਵੀ ਵਾਪਸ ਚਲੇ ਗਏ 100 ਸਾਲ ਰਾਜ ਕਰਕੇ, ਤੇ ਬਿੱਲ ਵੀ ਵਾਪਸ ਹੋ ਜਾਣਗੇ ਜੇ ਆਪਾਂ ਇਕੱਠੇ ਹੋ ਗਏ ਤਾਂ। ਪਾਵਰ ਤਾਂ ਐਸਡੀਐਮ ਤੇ ਡੀਸੀ ਪ੍ਰੈਸ ਵਾਲੇ ਮਿਲ ਕੇ ਇੱਕ ਤਰਫਾ ਹੋ ਗਏ, ਇਕੱਠੇ ਹੋ ਗਏ ਤੇ ਵੀ ਵਾਪਸ। ਪਾਵਰ ਤਾਂ ਐਸਡੀਐਮ ਤੇ ਡੀਸੀ ਕੋਲ ਰਹਿ ਗਈ, ਉੱਥੇ ਕੀ ਕੀਤਾ ਜਾਊਗਾ? ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਲੋਕ ਜਦੋਂ ਲੋਕ ਮਿਲ ਕੇ ਇਕੱਠੇ ਹੋ ਜਾਂਦੇ ਆ ਤੇ ਜਿਹੜੇ 100 ਸਾਲ ਅੰਗਰੇਜ਼ ਨੇ ਰਾਜ ਕੀਤਾ, ਜਿਹੜੇ ਕਹਿੰਦੇ ਸੀ ਪੂਰੇ ਮਿਲ ਕੇ ਸਾਡੇ ਦੇਸ਼ ਦੇ ਵਿੱਚ ਸਾਡੇ ਰਾਜ ਦੇ ਵਿੱਚ ਸੂਰਜ ਨਹੀਂ ਛਿਪਦਾ, ਤੇ ਉਹਨਾਂ ਦਾ ਵੀ ਸੂਰਜ ਵਿੱਚ ਛਿਪਾਤਾ ਜੀ ਸਾਹਿਬ ਭਗਤ ਸਿੰਘ, ਰਾਜਗੁਰੂ ਸੁਖਦੇਵ ਉਹਨਾਂ ਨੇ, ਤੇ ਇਹ ਵੀ ਛਿਪ ਜੂਗਾ, ਕੋਈ ਨਹੀਂ ਘਬਰਾਉਣ ਦੀ ਲੋੜ ਨਹੀਂ। ਘਬਰਾ ਨਹੀਂ ਰਹੇ ਤੁਸੀਂ? ਇੱਕ ਗੱਲ ਦੱਸੋ, ਕਿਸਾਨਾਂ ਦੇ ਹਿੱਤ ਦੀ ਗੱਲ ਛੋਟੀ ਜਿਹੀ ਭੋਲਾ ਜੀ, ਛੋਟੀ ਜਿਹੀ ਗੱਲ ਹੈ, ਇੱਕ ਜਵਾਬ ਦੇ ਦਿਓ। ਕੀ ਕੀਤਾ ਜਾਊਗਾ ਕਿਸਾਨਾਂ ਦੇ ਹਿੱਤ ਵਾਸਤੇ? ਕੀ ਕੀਤਾ ਜਾਊਗਾ? ਕਾਂਗਰਸ ਪਾਰਟੀ ਕੀ ਕੁਝ ਕਰ ਸਕਦੀ ਹੈ ਇਹਦੇ ਵਾਸਤੇ? ਦੱਸੋ। ਮੈਂ ਕਿਸੇ ਪਾਰਟੀ ਦੀ ਗੱਲ ਕਰਦਾ, ਮੈਂ ਸਾਰੇ ਮਿਲ ਕੇ ਪੰਜਾਬੀਆਂ ਦੀ ਗੱਲ ਕਰਦਾ, ਸਾਰੇ ਕਿਸਾਨਾਂ ਦੀ ਗੱਲ ਕਰਦਾ, ਸਾਰੇ ਹਿੰਦੁਸਤਾਨ ਦੇ ਕਿਸਾਨਾਂ ਦੀ ਗੱਲ ਕਰਦਾ ਵਾਂ। ਸਾਰੇ ਇਕੱਠੇ ਹੋ ਕੇ ਪਾਰਟੀਆਂ ਦੇ ਉੱਪਰ ਉੱਠ ਕੇ, ਆਪਣੇ ਨਾਮ ਤੋਂ ਉੱਪਰ ਉੱਠ ਕੇ ਤੇ ਆਪਾਂ ਮਿਲ ਕੇ ਸਾਥ ਦਈਏ, ਕਿਸਾਨਾਂ ਦਾ ਸਾਥ ਦਈਏ, ਆਪਣੇ ਪੰਜਾਬੀ ਦਾ ਸਾਥ ਦਈਏ, ਪੰਜਾਬ ਦਾ ਸਾਥ ਦਈਏ। ਸ਼ੰਭੂ ਬਾਰਡਰ ਤੱਕ ਅਜੇ ਤੱਕ ਕਿਉਂ ਨਹੀਂ ਪਹੁੰਚੇ? ਸ਼ੰਭੂ ਬਾਰਡਰ ਤੱਕ ਕਿਉਂ ਨਹੀਂ ਅਜੇ ਤੱਕ ਤੁਹਾਡਾ ਕੋਈ ਪੰਜਾਬ ਦਾ ਜਿਹੜਾ ਹੈਗਾ ਲੀਡਰ ਅਜੇ ਤੱਕ ਪਹੁੰਚਿਆ? ਮੈਂ ਤੁਹਾਨੂੰ ਦੱਸਿਆ ਬਾਜੀ ਤੇ ਨਹੀਂ ਆ ਰਿਹਾ। ਕਿਸਾਨਾਂ ਨੇ ਇਕੱਠ ਰੱਖਿਆ, ਅੱਜ ਕਿਸਾਨਾਂ ਦੇ ਇਕੱਠ 'ਚ ਅਸੀਂ ਪਹੁੰਚੇ ਆ। ਮੈਂ ਆਪਣਾ ਨਾਮ ਲੈ ਕੇ ਨਹੀਂ ਪਹੁੰਚਿਆ, ਆਪਣੀ ਪਾਰਟੀ ਲੈ ਕੇ ਨਹੀਂ ਪਹੁੰਚਿਆ, ਅਸੀਂ ਕਿਸਾਨਾਂ ਦੇ ਇਕੱਠ ਰੱਖਿਆ, ਕਿਸਾਨਾਂ ਦੇ ਇਕੱਠ 'ਚ ਪਹੁੰਚੇ ਆ। ਔਰ ਜਿੱਥੇ ਕਿਸਾਨ ਮਿਲ ਕੇ ਜਾਣਗੇ ਉਹਨਾਂ ਦੇ ਨਾਲ ਚੱਲਾਂਗੇ। ਮੈਂ ਤਾਂ ਸਾਰਿਆਂ ਨੂੰ ਫੇਰ ਬੇਨਤੀ ਕਰਦਾ ਵਾਂ, ਸਾਰੀਆਂ ਪਾਰਟੀਆਂ ਦੇ ਉੱਪਰ ਉੱਠ ਕੇ, ਚਾਹੇ ਉਹ ਕਾਂਗਰਸ ਪਾਰਟੀ ਹੈ, ਚਾਹੇ ਆਮ ਆਦਮੀ ਪਾਰਟੀ ਹੈ, ਚਾਹੇ ਅਕਾਲੀ ਦਲ ਪਾਰਟੀ ਹੈ, ਚਾਹੇ ਕਿਸਾਨ ਯੂਨੀਅਨ, ਅਲੱਗ-ਅਲੱਗ ਯੂਨੀਅਨ ਨੇ 31 ਯੂਨੀਅਨ, ਉਹ ਇੱਕੋ ਮਿਲ ਕੇ ਨਾਮ ਦੇ ਬੈਨਰ ਹੇਠ, ਕਿਸਾਨ ਯੂਨੀਅਨ ਦੇ ਬੈਨਰ ਹੇਠ ਤੇ ਇਕੱਠਾ ਹੋ ਕੇ ਆਪਾਂ ਇਸ ਬਿੱਲ ਦਾ ਵਿਰੋਧ ਕਰੀਏ। ਜੇ ਅੰਗਰੇਜ਼ੀ ਸਰਕਾਰ ਭੱਜ ਸਕਦੀ ਹੈ ਤੇ ਇਹ ਬਿੱਲ ਵੀ ਪਾਸ ਹੋ ਸਕਦੇ ਨੇ, ਕੋਈ ਔਖੇ ਨਹੀਂ ਹੈਗੇ। ਬਿੱਲ ਕੈਂਸਲ ਨਹੀਂ ਹੁੰਦਾ ਫਿਰ ਕੀ ਕਰੋਗੇ? ਮਤਲਬ ਸਰਕਾਰ ਤੁਹਾਨੂੰ ਜਦੋਂ ਕਿਸਾਨ ਕਹਿ ਦੇਣ ਕਿ ਤੁਸੀਂ ਅਸਤੀਫਾ ਦੇ ਦਿਓ, ਤੁਸੀਂ ਜਿਹੜਾ ਪਾਰਟੀ ਦੇ ਵਿੱਚ ਹੈਗੇ ਹੋ, ਅਸੀਂ ਤੁਹਾਨੂੰ ਨਾਲ ਲੈ ਕੇ ਚੱਲਦੇ ਆ ਤੇ ਇੱਕ ਅਸਤੀਫਾ ਦੇ ਦਿਓ, ਦਿਓਗੇ? ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਕਿਸਾਨ ਹਾਂ, ਮੈਂ ਕਿਸਾਨ ਕਰਕੇ ਆਇਆ, ਮੈਂ ਖੇਤੀ ਆਪ ਖੁਦ ਕਰਦਾ ਵਾਂ, ਮੈਂ ਕਿਸਾਨ ਕਰਕੇ ਆਇਆ, ਮੈਂ ਕਿਸੇ ਪਾਰਟੀ ਕਰਕੇ ਨਹੀਂ ਆਇਆ ਹੈਗਾ। ਅਸਤੀਫੇ ਦੀ ਗੱਲ ਕੀਤੀ ਹੋਵੇ, ਜੇ ਕਿਸਾਨ ਕਹਿਣਗੇ ਭੋਲਾ ਸਾਹਿਬ ਸਾਡੇ ਨਾਲ ਹੈਗੇ ਹੋ ਤਾਂ ਅਸਤੀਫਾ ਦੇ ਦਿਓ। ਨਾਲ ਖੜਾ ਵਾਂ, ਬਿਲਕੁਲ ਨਾਲ ਖੜਾ ਵਾਂ, ਅੱਜ ਵੀ ਨਾਲ ਖੜਾ, ਕੱਲ ਵੀ ਨਾਲ ਖੜਾ ਵਾਂ। ਮੈਂ ਤੁਹਾਨੂੰ ਦੱਸਿਆ ਮੈਂ ਕਿਸਾਨ ਦਾ ਪੁੱਤ ਆ, ਮੈਂ ਕਿਸਾਨ ਆ ਤੇ ਕਿਸਾਨੀ ਦੇ ਨਾਲ ਖੜਾ ਵਾਂ। ਅਸਤੀਫਾ ਦਿੱਤਾ ਜਾਊਗਾ ਜਦੋਂ ਕਿਸਾਨ ਮੰਗ ਕਰਨਗੇ ਤਾਂ? ਮੈਂ ਅਸਤੀਫਾ, ਮੇਰੇ ਕੋਲ ਕੋਈ ਅਹੁਦਾ ਹੀ ਨਹੀਂ ਹੈਗਾ, ਮੈਂ ਅਸਤੀਫਾ ਕਿਹੜੇ ਤੋਂ ਦੇਣਾ? ਜਾਖੜ ਸਾਹਿਬ ਦੇ ਅੰਡਰ ਹੋ ਤੁਸੀਂ? ਜਾਖੜ ਸਾਹਿਬ ਦੇ ਅੰਡਰ ਕਿਸ ਚੀਜ਼ ਤੋਂ? ਮੈਂ ਅੱਜ ਕਿਸੇ ਅਹੁਦੇ ਦਾ ਮੁਕੇ ਹੈ ਨਹੀਂਗਾ, ਕੋਈ ਅਹੁਦਾ ਨਹੀਂ ਮੇਰੇ ਕੋਲ। ਮੈਂ ਕਿਸਾਨ ਦੇ ਨਾਲ ਆਇਆ, ਮੈਂ ਇਹਦੇ ਅਹੁਦੇ ਕਰਕੇ ਨਹੀਂ ਆਇਆ। ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦਾ, ਮੈਂ ਕੋਈ ਪਾਰਟੀ ਕਰਕੇ ਨਹੀਂ ਆਇਆ, ਮੈਂ ਕੋਈ ਮਤਲਬ ਕਿ ਕਿਸੇ ਯੂਨੀਅਨ ਕਰਕੇ ਨਹੀਂ ਆਇਆ, ਮੈਂ ਕਿਸਾਨਾਂ ਕਰਕੇ ਆਇਆ। ਮੈਂ ਆਪਣਾ ਨਾਂ ਨਹੀਂ ਲਿਖ ਕੇ ਲੈ ਕੇ ਆਇਆ, ਦੇਖੋ ਕੋਈ ਨਾਮ ਨਹੀਂ ਲਿਖ ਕੇ ਲੈ ਕੇ ਆਇਆ, ਸਿਰਫ ਤੇ ਸਿਰਫ ਕਿਸਾਨਾਂ ਦੇ ਹੱਕ ਦੇ ਵਿੱਚ ਆਇਆ। ਗੱਡੀਆਂ ਲੈ ਗਏ ਹੋ? ਪ੍ਰੈਸ ਵਾਲਿਆਂ ਨੂੰ ਕਹਿੰਦਾ ਸਿਆਸਤ ਨਾ ਕਰੋ, ਆਪਾਂ ਕਿਸਾਨੀ ਦੇ ਹੱਕ 'ਚ ਆਏ, ਕਿਸਾਨਾਂ ਦੇ ਹੱਕ ਦਾ ਨਾਰਾ ਮਾਰੋ। ਕਿਸਾਨਾਂ ਦੇ ਹੱਕ ਦਾ ਨਾਰਾ ਤਾਂ ਹੀ ਹੋਊਗਾ ਜਦੋਂ ਤੁਸੀਂ ਅਸਤੀਫਾ ਕਹਾਂਗੇ ਤੁਹਾਨੂੰ ਦੇਣ ਵਾਸਤੇ। ਇਹ ਦਲਜੀਤ ਸਿੰਘ ਗਰੇਵਾਲ ਭੋਲਾ ਜੀ, ਤੁਸੀਂ ਵੀ ਆਮ ਆਦਮੀ ਪਾਰਟੀ ਤੋਂ ਕਿ ਕਾਂਗਰਸ ਤੋਂ? ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੋ? ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ? ਸਤਿ ਸ੍ਰੀ ਅਕਾਲ, ਵਧੀਆ ਵਧੀਆ। ਬਿੱਲ ਕੈਂਸਲ ਤਾਂ ਹੋ ਨਹੀਂ ਰਿਹਾ, ਪਾਸ ਕਰ ਦਿੱਤਾ ਗਿਆ ਵਾ, ਲੇਕਿਨ ਹੁਣ ਜਥੇਬੰਦੀਆਂ ਕੀ ਕਰਨਗੇ? ਲੋਕਾਂ ਨੇ ਮਜਬੂਰ ਕਰ ਦੇਣਾ ਜੀ ਕੈਂਸਲ ਕਰਨ ਨੂੰ। ਕੈਂਸਲ ਨਹੀਂ ਹੁੰਦਾ, ਲਾਅ ਬਣ ਗਿਆ, ਲਾਅ ਹੀ ਵਾਪਸ ਲੈਣ ਨੂੰ ਮਜਬੂਰ ਕਰ ਦੇਣਾ। ਲੋਕਾਂ ਦੀ ਸੜਕਾਂ ਤੇ ਉਤਰ ਕੇ ਦੁਕਾਨਾਂ ਬੰਦ ਕਰਕੇ ਸਾਰੇ ਦੁਕਾਨ ਵੀਰਾਂ ਨੇ ਸਾਡਾ ਸਾਥ ਦਿੱਤਾ, ਆੜ੍ਹਤੀਆਂ ਵਿਰੁੱਧ ਵਿਵਾਦ ਕੀਤਾ। ਇਹ ਲੋਕਾਂ ਦੀ ਆਵਾਜ਼ ਸੁਣਨੀ ਪੈਣੀ ਹੈ। ਡੈਮੋਕ੍ਰੇਸੀ ਆ, ਡਿਕਟੇਟਰਸ਼ਿਪ ਨਹੀਂ ਹੈ ਜਿਹੜੀ ਚੱਲ ਜੂਗੀ। 50 ਰੁਪਈਆ ਰੇਟ ਵਧਾਉਣਾ ਕਿੱਥੇ ਨਾ ਕਿਤੇ ਕੀ ਹੈ? ਇਹ ਤਾਂ ਹਾਸੋ ਨਹੀਂ ਆ। 50 ਰੁਪਏ ਦਾ ਪਿਛਲੇ ਸਾਲ 60 ਰੁਪਏ ਨੂੰ ਇਹੀ ਕਣਕ ਬੀਜੀ, ਐਤਕੀ 74 75 ਨੂੰ ਬੀਜਦੇ ਆ, ਤਾਂ 50 ਰੁਪਏ ਉੱਥੇ ਨਹੀਂ ਪੂਰੇ ਹੁੰਦੇ ਡੀਜ਼ਲ ਦੇ ਵਿੱਚ, ਤੇ ਬਾਕੀ ਜਿਹੜੇ ਖਰਚੇ ਵਧੇ ਉਹ ਲੱਗ ਨੇ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜੀ ਪਾਰਟੀਆਂ, ਮੈਂ ਗੱਲ ਕਰਾਂ ਸ਼੍ਰੋਮਣੀ ਅਕਾਲੀ ਦਲ ਦੀ, ਆਮ ਆਦਮੀ ਪਾਰਟੀ ਦੀ ਗੱਲ ਕਰਾਂ, ਕਾਂਗਰਸ ਦੀ ਗੱਲ ਕਰ ਲਈਏ, ਜਾਂ ਹੋਰ ਕੋਈ ਸਪਾ ਸੁਪਾ ਅਗਰਵਾਈਜ਼ ਜਿਹੜੀ ਮਰਜ਼ੀ ਪਾਰਟੀਆਂ ਦੀ ਗੱਲ ਕਰ ਲਿੱਤੀ ਜਾਵੇ, ਇਹਨਾਂ ਨੂੰ ਇੱਕ ਪਲੇਟਫਾਰਮ ਤੇ ਆ ਕੇ ਤੁਹਾਡੇ ਨਾਲ ਖੜਾ ਹੋ ਕੇ ਸਾਥ ਦੇਣਾ ਚਾਹੀਦਾ, ਅਲੱਗ-ਅਲੱਗ ਨਹੀਂ ਹੋਣਾ ਚਾਹੀਦਾ? ਸਾਨੂੰ ਕਿਸਾਨਾਂ ਨੂੰ ਐ ਲੱਗਦਾ ਵੀ ਸਾਡੀ ਕਿਸੇ ਪਾਰਟੀ ਨੇ ਨਹੀਂ ਸੁਣੀ, ਨਹੀਂ ਤਾਂ ਕਾਗਜ਼ ਤਿਆਰ ਹੁੰਦੇ ਨੂੰ 2-3 ਸਾਲ ਲੱਗੇ ਹੀ ਹੋਣਗੇ ਕਿਤੇ ਥੱਲੇ, ਤੇ ਆਰਡੀਨੈਂਸ ਬਣ ਕੇ ਤੇ ਹੁਣ ਫਟਾਫਟ ਹੀ ਇਹਨਾਂ ਨੇ ਕਾਨੂੰਨ ਬਣਾਤਾ। ਤੇ ਜੇ ਕਰਦੇ ਹੁੰਦੇ ਉੱਥੇ ਵਿਰੋਧ ਕਰਦੇ ਜੋ ਜਿਤਾ ਕੇ ਭੇਜੇ ਸੀਗੇ, ਤੇ ਹੁਣ ਇਹ ਤਾਂ ਜਾਣ ਕੇ ਸਾਡਾ ਉਹੀ ਲੋਲੀਪੌਪ ਸੋਸ਼ਲ ਬਾਈਕਾਟ ਕਰ ਰਹੇ ਆ, ਸੋਸ਼ਲ ਰੈਲੀ ਸਾਨੂੰ ਖਰਾਬ ਕਰ ਰਹੇ। ਸੋਸ਼ਲ ਮੰਤਰੀ ਹਰਸਿਮਰਤ ਕੌਰ ਬਾਦਲ ਅਦੇ ਪਕਸ਼ 'ਚ ਹੁੰਦੀ ਹੈ ਜਦ ਤੱਕ ਉੱਥੇ ਮੈਂਬਰ ਪਾਰਲੀਮੈਂਟ ਹੁੰਦੇ ਨੇ, ਅਦੇ ਪਕਸ਼ 'ਚ ਹੁੰਦੇ ਨੇ। ਜਦੋਂ ਦੇਖਿਆ ਕਿਸਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ, ਉਸ ਤੋਂ ਬਾਅਦ ਅਸਤੀਫਾ ਇੱਕੋਦਮ ਦਿੱਤਾ ਜਾਂਦਾ ਵਾ। ਕੀ ਕਿਸਾਨੀ ਦੀ ਵੋਟ ਜਾਣ ਤੇ ਚਲਦੇ ਹੋਏ ਕੀ ਮੈਂ ਇਹ ਮੰਨਦਾ ਜਿਹੜੀ ਅਕਾਲੀ ਦਲ ਪਾਰਟੀ ਸੀ
ਉਹ ਕਿਸਾਨਾਂ ਦੀ ਪਾਰਟੀ ਸੀ। ਅਸੀਂ ਵੀ ਵੋਟਾਂ ਪਾਉਂਦੇ ਰਹੇ ਆ ਉਹਨਾਂ ਨੂੰ, ਪਰ ਉਹਨਾਂ ਨੂੰ ਅੱਜ ਆਪਣੇ ਕਿਸਾਨਾਂ ਦੀ, ਆਪਣੇ ਵਰਕਰ ਦੀ ਜਾਂ ਵੋਟਰ ਦੀ ਕੋਈ ਵੀ ਆਵਾਜ਼ ਪੁੱਛੀ ਤਾਂ ਲੋਕ ਕਿਸਾਨ ਸਾਰੇ ਆਏ ਨੇ। ਉਹਨਾਂ ਨੇ ਸਹੀ ਟਾਈਮ 'ਤੇ ਆਵਾਜ਼ ਚੁੱਕੀ ਹੁੰਦੀ ਕਿਸਾਨਾਂ ਨੇ ਉਹਨਾਂ ਦਾ ਸਾਥ ਦੇਣਾ ਸੀ, ਪਰ ਹੁਣ ਉਹਨਾਂ ਦੀਆਂ ਡੱਬਰ ਪਿੰਡੀਆਂ ਲੋਲੂਪਾਪ ਜਿਹੜੇ ਦੇ ਰਿਹਾ ਕਿਸਾਨਾਂ ਨੂੰ, ਇਹ ਨਹੀਂ ਚੱਲਣਾ। ਕਿਹਾ ਜਾ ਰਿਹਾ 1 ਤਾਰੀਖ ਨੂੰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਦੇ ਨਾਲ ਗਠਬੰਧਨ ਤੋੜ ਰਹੀ ਹੈ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ। ਉਹ ਦੇਖਿਆ ਲਿਖਿਆ ਹੋਇਆ ਜੀ, ਜਿਹੜਾ ਕਿਸਾਨਾਂ ਨਾਲ ਲੀਡਰ ਖੜੂਗਾ ਉਹੀ ਸਾਡੇ ਪਿੰਡਾਂ 'ਚ ਵੜੂਗਾ। ਇਹੀ ਸਾਡਾ ਨਾਰਾ ਵਾ। ਇਹ ਆਪਣੇ ਸੋਚ ਸਮਝ ਕੇ ਆਪਣੇ ਬਣਾਉਣ, ਪੱਕਾ ਸਟੈਂਡ ਲੈਣ, ਫਿਰ ਕਿਸਾਨ ਸੋਚਣਗੇ ਕਿੱਧਰ ਜਾਣਾ। ਛੋਟੀ ਜਿਹੀ ਗੱਲ ਹੈ, ਇੱਕ ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ, ਕਾਂਗਰਸ ਪਾਰਟੀ ਦੇ ਮੈਨੂਫੈਕਚਰ ਦੇ ਵਿੱਚ ਸਾਰਾ ਕੁਝ ਸੀਗਾ। ਮੁੱਖ ਮੰਤਰੀ ਨੂੰ ਪੁੱਛਿਆ ਗਿਆ, ਸਾਰੇ ਸਟੇਟਾਂ ਦੇ ਮੁੱਖ ਮੰਤਰੀਆਂ ਨੂੰ ਲਿੱਤਾ ਗਿਆ, ਉਸ ਤੋਂ ਬਾਅਦ ਆਰਡੀਨੈਂਸ ਪਾਸ ਕੀਤਾ ਜਾਂਦਾ ਵਾ। ਸਾਰੇ ਮੁੱਖ ਮੰਤਰੀਆਂ ਦੀ ਰਾਜੀਨਾਮਾ ਹੋਊਗਾ ਤਾਂ ਹੀ ਆਰਡੀਨੈਂਸ ਪਾਸ ਕੀਤਾ ਗਿਆ। ਕੈਪਟਨ ਸਾਹਿਬ ਨੇ ਉਦੋਂ ਕਿਉਂ ਸਾਈਨ ਕਰਤੇ? ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਵੀ ਸਿਆਸੀ ਪਾਰਟੀਆਂ ਦੇ ਜਿੱਤ ਕੇ ਨੁਮਾਇੰਦੇ ਗਏ ਨੇ ਉਹੀ ਇਹ ਮੀਟਿੰਗਾਂ 'ਚ ਬੈਠਦੇ ਆ, ਉਹਨਾਂ ਨੂੰ ਅਫਸਰ ਮਿਲਦਾ, ਕਿਸਾਨਾਂ ਨੂੰ ਥੋੜੀ ਪਤਾ ਲੱਗਦਾ। ਇਹਨਾਂ ਨੂੰ ਤਾਂ 10 ਸਾਲ 2-2 ਸਾਲ ਪਹਿਲਾਂ ਪਤਾ ਲੱਗ ਜਾਂਦਾ ਵੀ ਕਿਹੜਾ ਕਾਨੂੰਨ ਆ ਰਿਹਾ ਜਾਂ ਕਿਹੜੇ ਪਾਸੇ ਜਾ ਰਹੇ ਆ। ਇਹਨਾਂ ਨੇ ਉੱਥੇ ਵਿਰੋਧਤਾ ਕਿਉਂ ਨਹੀਂ ਕੀਤੀ? ਇਹ ਕੈਂਸਲ ਕਰਦੇ ਤਾਂ ਉੱਥੇ ਕਰਦੇ। ਸਾਰੀਆਂ ਪਾਰਟੀਆਂ ਜ਼ਿੰਮੇਵਾਰ ਆ, ਜਿਹੜੇ ਵੀ ਨੁਮਾਇੰਦੇ ਜਿੱਤ ਕੇ ਗਏ ਆ। ਤਾਂ ਹੀ ਇਹ ਗੱਲ ਕਰ ਰਹੇ ਆ ਵੀ ਲੀਡਰ ਜਿਹੜਾ ਹੁਣ ਕਿਸਾਨਾਂ ਨਾਲ ਖੜੂ। ਹੁਣ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ 70 80 90 ਦੀਆਂ, ਜਦੋਂ ਹੈ ਨਹੀਂ ਸੀ। ਉਹ ਨਵੇਂ ਮੁੰਡੇ ਨੇ, ਸੋਸ਼ਲ ਮੀਡੀਆ ਵਾ, ਜਦੋਂ ਇਹ ਫੈਸਲਾ ਲੈਂਦੇ ਆ ਜਦੀ ਲੋਕਾਂ ਤੱਕ ਪਹੁੰਚ ਜਾਂਦਾ। ਹੁਣ ਇਹਨਾਂ ਨੂੰ ਸੱਚ ਤੇ ਪਹਿਲਾਂ ਕੰਮ ਕਰਕੇ ਦੇਣਾ ਪਊ, ਫੇਰ ਦੁਬਾਰਾ ਆ ਕੇ ਲੋਕਾਂ 'ਚ ਖੜਨ। 2006 ਦੇ ਵਿੱਚ ਬਿਹਾਰ ਵਿੱਚ ਜਿਹੜਾ ਮੰਡੀਕਰਨ ਹੋਇਆ ਸੀਗਾ, ਉਸ ਤੋਂ ਬਾਅਦ ਬਿਹਾਰ ਵਿੱਚ ਕਾਫੀ ਫਸਲਾਂ ਬਰਬਾਦ ਹੋਈਆਂ ਜੀ, ਕਿਸਾਨਾਂ ਨੂੰ ਕੁਝ ਨਹੀਂ ਮਿਲਿਆ ਸੀਗਾ। ਤੁਹਾਨੂੰ ਲੱਗਦਾ ਕਿ ਉਹੀ ਹਾਲ ਪੰਜਾਬ ਦੇ ਨਾਲ ਹੋਊਗਾ? ਉਹ ਤਾਂ ਨਹੀਂ, ਜਿਹੜਾ ਬਿਹਾਰ 'ਚ ਇਹਨਾਂ ਨੇ ਕੀਤਾ ਸੀ ਜਾਂ ਯੂਪੀ 'ਚ ਕੀਤਾ ਸੀ, ਉਹਨਾਂ ਜੇ ਉਹ ਕਿਸਾਨਾਂ ਨੂੰ ਜੇ ਇਹਦਾ ਫਾਇਦਾ ਹੁੰਦਾ ਤੇ ਅੱਜ ਉਹ ਅਮੀਰ ਹੁੰਦੇ। ਇਹ ਆਉਣੀ ਰਸਦਾ ਘਾਟਾ ਹੀ ਹੈ ਕਿਸਾਨਾਂ ਨੂੰ, ਕਦੀ ਕਿਸਾਨਾਂ ਨੂੰ ਫਾਇਦਾ ਨਹੀਂ ਹੋਣਾ, ਕਿਉਂਕਿ ਇਹਦੇ ਵਿੱਚ ਗਰੀਬ ਤਬਕਾ ਜਿਹੜਾ ਮੰਡੀ ਬੋਰਡ ਨਾਲ ਜੁੜਿਆ ਵਾ, ਕੋਈ ਮੁਨੀਮ ਜੁੜੇ ਆ ਜਾਂ ਕੋਈ ਜ਼ਿਮੀਂਦਾਰ ਜੁੜਿਆ ਵਾ, ਉਹ ਸਾਰਾ ਖਤਮ ਹੋ ਜਾਊਗਾ। ਮੋਦੀ ਦਾ ਕਹਿੰਦਾ ਹੈ ਕਿ ਸਾਰਾ ਕੁਝ ਬਰਕਰਾਰ ਹੋਊਗਾ, ਐਮਐਸਪੀ ਬਰਕਰਾਰ ਹੋਊਗੀ, ਆੜਤੀਏ ਬਰਕਰਾਰ ਰਹਿਣਗੇ, ਕਿਸਾਨ ਨੂੰ ਛੂਟ ਮਿਲ ਗਈ ਕਿ ਇੱਕ ਸਟੇਟ ਤੋਂ ਦੂਜੀ ਸਟੇਟ ਜਾ ਕੇ ਆਪਣਾ ਸਮਾਨ ਵੇਚਣ ਦੀ। ਇਹ ਫਿਰ ਆਰਡੀਨੈਂਸ ਤਾਂ ਕਰਕੇ ਪਾਸ ਕੀਤਾ ਗਿਆ। ਸਿਆਸੀ ਪਾਰਟੀਆਂ ਬੇਕਾਰ ਹੀ ਆ। ਇਹ ਤਾਂ ਸਿਆਸੀ ਪਾਰਟੀਆਂ ਦਾ ਇੱਕ ਲੋਲੀਪੌਪ ਆ। ਇਹ ਤੋਂ ਉੱਤੇ ਇਹਨਾਂ ਦਾ ਕੁਝ ਨਹੀਂ ਹੈਗਾ। ਇਹ ਸਿਆਸੀ ਪਾਰਟੀਆਂ ਜਾਣ ਕੇ ਖਰਾਬ ਕਰਦੀਆਂ ਵਾ। ਜ਼ਿਮੀਂਦਾਰ ਅੱਜ ਮੰਡੀ ਬੋਰਡ 'ਚ ਜਾਂਦਾ ਵਾ, ਆੜਤੀਏ ਕੋਲੋਂ ਕੋਈ ਪੈਸੇ ਚਾਹੀਦੇ ਆ, ਉਹ ਆੜਤੀਆ ਦੇ ਦਿੰਦਾ ਵਾ। ਕੱਲ੍ਹ ਨੂੰ ਉਹਨੂੰ 6 ਮਹੀਨਾ ਬਾਅਦ ਫਸਲ ਦੇ ਕੇ ਉਹ ਕਟਾ ਦਿੰਦੇ ਆ। ਕੱਲ੍ਹ ਨੂੰ ਆੜਤੀਆ ਕਿਹੜੀਆਂ ਕੰਪਨੀਆਂ ਕੋਲ ਜਾਊਗਾ, ਕਿਹੜੀਆਂ ਕੰਪਨੀਆਂ ਆਪਾਂ ਨੂੰ ਪੈਸੇ ਦੇਣਗੀਆਂ? ਕੱਲ੍ਹ ਨੂੰ ਕੰਪਨੀਆਂ ਨੇ ਤਾਂ ਆਪਣੀ, ਜੇ ਕੋਈ ਮੰਨ ਲਓ ਕੋਈ ਗੱਲ ਗਲਤ ਹੁੰਦੀ ਆ ਤੇ ਕੰਪਨੀ ਨੇ ਆਵਾਜ਼ ਥੋੜ੍ਹਾ ਜਿਹਾ ਸੁਣਨੀ ਆ, ਉਹ ਤਾਂ ਆੜਤੀਆ ਭਾਈਚਾਰਾ ਹੀ ਸੁਣੂਗਾ ਨਾ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਸਾਰੀ ਪਾਰਟੀਆਂ ਨੂੰ ਛੱਡ ਕੇ ਕਿਸਾਨ ਜਥੇਬੰਦੀਆਂ ਨੂੰ ਆਪ ਖੁਦ ਸਟੈਂਡ ਲੈਣਾ ਚਾਹੀਦਾ? ਕਿਉਂਕਿ ਜਦ ਬਿੱਲ ਪਾਸ ਹੋਏ ਨੇ, ਸਰਕਾਰਾਂ ਦੇ ਹੁਕਮਾਂ ਨਾਲ ਹੀ ਪਾਸ ਹੋਏ ਨੇ, ਕਿਸਾਨਾਂ ਨੂੰ ਆਪਣੇ ਹੱਕ ਦੀ ਲੜਾਈ ਖੋਣੀ ਪੈਣੀ ਹੈ। ਤੁਹਾਨੂੰ ਲੱਗਦਾ? ਮੈਂ ਤਾਂ ਬਿਲਕੁਲ ਇਹੀ ਕਹਿਣਾ ਵੀ ਇੱਥੇ ਪ੍ਰੋਟੈਸਟ ਕਰਨ ਦੀ ਵਜ੍ਹਾ ਆਪਾਂ ਨੂੰ ਦਿੱਲੀ ਪ੍ਰੋਟੈਸਟ ਕਰਨਾ ਚਾਹੀਦਾ, ਤਾਂ ਕਿ ਉਹਨਾਂ ਨੂੰ ਉੱਥੇ ਝਟਕਾ ਲੱਗੇ। ਇੱਥੇ ਆਪਾਂ ਨੂੰ ਕੀ ਪਤਾ ਲੱਗ ਰਿਹਾ ਚੱਕਰ ਆ, ਆਪਾਂ ਨੂੰ ਉੱਥੇ ਲੋਕ ਸਭਾ ਦੇ ਵਿੱਚ ਬਾਹਰ ਜਾ ਕੇ ਪ੍ਰੋਟੈਸਟ ਕਰਨਾ ਚਾਹੀਦਾ, ਤਾਂ ਕਿ ਉੱਥੇ ਆਪਣੀ ਆਵਾਜ਼ ਗੂੰਜੇ। ਇੱਥੇ ਆਪਾਂ ਨੂੰ ਕੀ ਫਾਇਦਾ ਚੱਕਰ ਇਹ ਆ? ਉੱਥੇ ਜਾ ਕੇ ਅਗਰ ਆਪਾਂ ਗੂੰਜਾਂਗੇ ਤਾਂ ਦਿੱਲੀ ਵੀ ਹਿੱਲੂਗੀ, ਦਿੱਲੀ ਹਿੱਲੂਗੀ ਤਾਂ ਇੰਡੀਆ ਹਿੱਲੂਗੀ। ਇਸ ਕਰਕੇ ਆਪਾਂ ਨੂੰ ਉੱਥੇ ਅਪਰੋਚ ਕਰਨੀ ਚਾਹੀਦੀ ਆ। ਤੁਹਾਨੂੰ ਲੱਗਦਾ ਇੱਥੇ ਜਿੱਦਾਂ 3 ਜਗ੍ਹਾ ਤੇ ਕਿਸਾਨ ਜਥੇਬੰਦੀਆਂ ਜਾਂ ਮੈਂ ਕਹਿੰਦਾ ਲੀਡਰਾਂ ਨੇ ਆਪਣੀ ਵੋਟ ਪੱਕੀ ਕਰਨ ਵਾਸਤੇ ਜਾਂ ਲੋਕਾਂ ਨੂੰ ਕਿਸਾਨਾਂ ਨੂੰ ਦਿਖਾਉਣ ਸੀ ਅਸੀਂ ਤੁਹਾਡੇ ਨਾਲ ਆ, ਇੱਕ ਲਾਡੋਵਾਲ ਦੇ ਉੱਥੇ ਧਰਨਾ ਲਾਤਾ, ਉੱਥੇ ਅਕਾਲੀ ਦਲ ਵਾਲੇ, ਇੱਥੇ ਮੈਂ ਗੱਲ ਕਰਾਂ ਕਾਂਗਰਸ ਵਾਲੇ, ਉੱਥੇ ਆਪ ਵਾਲੇ ਬੈਠੇ ਹੋਏ ਨੇ। ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਇਹ ਰੋਟੀਆਂ ਸੇਕਦੇ ਪਏ ਤਿੰਨੋਂ ਅਲੱਗ-ਅਲੱਗ ਬਹਿ ਕੇ? ਕਿਸਾਨਾਂ ਨੂੰ ਕਹਿਣਾ ਨਹੀਂ ਚਾਹੀਦਾ, ਮੈਨੂੰ ਮਾਫ ਕਰਨਾ, ਮੂਰਖ ਬਣਾ ਰਹੇ ਨੇ। ਬਿਲਕੁਲ ਸਹੀ ਗੱਲ ਆ ਜੀ। ਸਿਆਸਤ ਨੂੰ ਛੱਡ ਕੇ ਆਪਾਂ ਨੂੰ ਸਾਰੀ ਕਿਸਾਨ ਯੂਨੀਅਨ ਨੂੰ ਇੱਕ ਜਗ੍ਹਾ ਇਕੱਠੇ ਹੋ ਗਏ, ਇੱਕ ਜਗ੍ਹਾ ਧਰਨਾ ਲਾਉਣਾ ਚਾਹੀਦਾ, ਇੱਕ ਜਗ੍ਹਾ ਬਹਿ ਕੇ ਪ੍ਰੋਟੈਸਟ ਕਰੀਏ, ਤਾਂ ਕਿ ਲੋਕਾਂ ਦੇ ਵਿੱਚ ਪਤਾ ਵੀ ਲੱਗੇ। ਪਾਰਟੀਬਾਜ਼ੀ ਬਾਹਰ ਨਿਕਲ ਕੇ ਆਪਾਂ ਕਿਸਾਨਾਂ ਦੇ ਹਿੱਤ ਦੇ ਵਿੱਚ ਆਈਏ। ਜੇ ਕਿਸਾਨਾਂ ਦੇ ਹਿੱਤ ਵਿੱਚ ਆਊਗਾ, ਜਿਹੜਾ ਬਿੱਲ ਪਾਸ ਹੋਇਆ ਉਹਨੂੰ ਕੀ ਪਤਾ ਸਰਕਾਰ ਅਮੈਂਡ ਕਰ ਦੇ, ਪਰ ਪਾਰਟੀਬਾਜ਼ੀ ਬਿਲਕੁਲ ਇੰਕਲੂਡ ਨਹੀਂ ਹੋਣੀ ਚਾਹੀਦੀ। ਜਿਹੜੀ ਪਾਰਟੀਬਾਜ਼ੀ ਇੰਕਲੂਡ ਹੋ ਰਹੀ ਹੈ, ਪਾਰਟੀਬਾਜ਼ੀ ਨੂੰ ਛੱਡ ਕੇ ਆਪਾਂ ਨੂੰ ਕਿਸਾਨ ਯੂਨੀਅਨ ਨੂੰ ਇੱਕ ਜਗ੍ਹਾ ਧਰਨਾ ਇਕੱਠੇ ਹੋਣਾ ਚਾਹੀਦਾ। ਸਾਲ ਪਹਿਲਾਂ ਭਾਜੀ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਵੀ ਆਰਡੀਨੈਂਸ ਦਾ ਪਾਸ ਬਿੱਲ ਤਿਆਰ ਹੋਣ ਦਿਆ ਵਾ। ਸਾਲ ਪਹਿਲਾਂ ਅਕਾਲੀ ਦਲ ਨੂੰ ਵੀ ਪਤਾ ਸੀ, ਕਾਂਗਰਸ ਨੂੰ ਵੀ ਪਤਾ ਸੀ, ਬਾਕੀ ਪਾਰਟੀਆਂ ਨੂੰ ਵੀ ਪਤਾ ਸੀ। ਅਕਾਲੀ ਦਲ ਦੇ ਆਪਦੇ ਨੁਮਾਇੰਦਿਆਂ ਨੇ, ਸੁਖਬੀਰ ਬਾਦਲ ਨੇ, ਸਿਮਰਤ ਕੌਰ ਬਾਦਲ ਨੇ ਆਪਣੇ ਸਾਈਨ ਕੀਤੇ ਹੋਏ ਆ। ਜੇ ਇਹਨਾਂ ਨੂੰ ਇਹ ਗੱਲਾਂ ਦਾ ਪਤਾ ਸੀ, ਇਹ ਪਹਿਲਾਂ ਸਾਈਨ ਕਿਉਂ ਕਰਦੇ? ਇਹ ਜ਼ਿਮੀਂਦਾਰਾਂ ਨੂੰ ਜਾਗਰੂਕ ਕਰਦੇ ਵੀ ਭਾਈ ਇਹ ਕੰਮ ਹੋਣ ਲੱਗਿਆ ਵਾ, ਅਸੀਂ ਉਹਦਾ ਵਿਰੋਧ ਕਰਨ ਲੱਗੇ ਆ, ਤੁਸੀਂ ਸਾਡਾ ਸਾਥ ਦਿਓ। ਉਹਨੂੰ ਰੋਕਿਆ ਜਾ ਸਕਦਾ ਸੀ। ਐਵੇਂ ਤਾਂ ਅਕਾਲੀ ਦਲ ਕਹਿੰਦੇ ਨੇ ਕਿ ਅਸੀਂ ਕਿਸਾਨ ਦੇ ਹੱਕਾਂ ਦੇ ਵਿੱਚ ਆ, ਕਿਸਾਨ ਵਿਰੋਧੀ ਨਹੀਂ ਹੈਗੇ ਆ, ਲੇਕਿਨ ਆਰਡੀਨੈਂਸ ਬਿੱਲ ਪਾਸ ਹੁੰਦਾ, ਬੀਬਾ ਹਰਸਿਮਰਤ ਕੌਰ ਬਾਦਲ ਉੱਥੇ ਮੌਜੂਦ ਹੁੰਦੀ ਹੈ, ਬਿੱਲ ਦਾ ਸੰਰਖਣ ਵੀ ਕਰਦੀ ਹੈ। ਲੇਕਿਨ ਪੰਜਾਬ ਦੇ ਵਿੱਚ ਸਥਿਤੀ ਡਗਮਗਾਉਂਦੀ ਜਦੋਂ ਦੇਖਦੀ ਹੈ ਕਿਸਾਨ ਜਥੇਬੰਦੀਆਂ ਰੋਡ ਤੇ ਆ ਗਈਆਂ ਨੇ ਤੇ ਅਸਤੀਫਾ ਦਿੰਦੀ ਆ। ਇਹ ਕਿੱਦਾਂ ਦੀ ਸਿਆਸਤ ਹੋ ਗਈ ਜੀ? ਇਹ ਸਿਆਸਤ ਜਿਹੜੀ ਸਾਰੀ ਗਲਤ ਹੋ ਰਹੀ ਹੈ ਸਾਰੀ।
ਸਾਰਿਆਂ ਨੂੰ ਆਪਾਂ ਨੂੰ ਇੱਕ ਮਾਜ ਦੇ ਉੱਤੇ ਇਕੱਠੇ ਹੋਣਾ ਚਾਹੀਦਾ। ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ ਜਿਹੜਾ ਹਮਲਾ ਮਾਰਨਾ ਚਾਹੀਦਾ। ਫੇਰ ਕੋਈ ਹੱਲ ਹੋਣਾ, ਜੇ ਅਲੱਗ-ਅਲੱਗ ਕੁਛ ਨਹੀਂ ਆਪਣਾ ਹੱਲ ਹੋਣਾ। ਇਹਦੇ ਨਾਲ ਤਾਂ ਉਹਨਾਂ ਨੇ ਸਾਰਾ ਕੁਝ ਪਾਸ ਕਰ ਲਿਆ ਬਗੈਰ ਪੁੱਛੇ ਤੋਂ, ਨਾ ਕੋਈ ਉਹਨਾਂ ਨੇ ਆਪਣੇ ਵਿਰੋਧੀ ਧਿਰਾਂ ਨੂੰ ਪੁੱਛਿਆ ਹੀ ਆ। ਇਹ ਕੋਈ ਸਾਰਾ ਗਲਤ ਕੀਤਾ ਸਾਰਾ ਕੁਝ ਮੋਦੀ ਸਰਕਾਰ ਨੇ। ਇਹ ਜਿਹੜਾ ਆਪਣੇ ਹੱਕ ਦੇ ਵਿੱਚ ਕੋਈ ਬਿੱਲ ਨਹੀਂ ਹੈ, ਸਾਰਾ ਇਹਨੂੰ ਰੱਦ ਕਰਕੇ ਤੇ ਆਪਣੇ ਸਾਰਿਆਂ ਨੂੰ ਏਕਤਾ ਨਾਲ ਵੀ ਚੱਲਣਾ ਚਾਹੀਦਾ। ਸਾਰਾ ਵੱਡਾ ਭਰਾ ਵੀ ਹੱਥੇ ਕਾਲੀ ਪੱਟੀ ਬਣੀ ਹੋਈ ਹੈ, ਵਿਰੋਧ ਕਰ ਰਹੇ ਨੇ। ਵੱਡੇ ਭਾਜੀ ਕੀ ਨਾਮ ਹੈ ਜੀ ਆਪਣਾ? ਮੇਰਾ ਇੰਦਰਵੀਰ ਸਿੰਘ ਕਾਦੀਆਂ ਤੋਂ। ਕਾਦੀਆਂ ਪਿੰਡ ਤੋਂ? ਵੱਡੇ ਭਾਜੀ ਕੀ ਤੁਹਾਨੂੰ ਕੀ ਲੱਗਦਾ ਕਿਸੇ ਪਾਰਟੀ ਤੋਂ ਡਿਪੈਂਡ ਤਾਂ ਨਹੀਂ ਕਰਦੇ? ਮੈਨੂੰ ਆਹ ਪਹਿਲੇ ਦੱਸੋ। ਨਹੀਂ ਜੀ, ਅਸੀਂ ਕਿਸਾਨ ਆ ਜੀ, ਕਿਸਾਨਾਂ ਨਾਲ ਤੁਰ ਰਹੇ ਹਾਂ। ਮੈਨੂੰ ਇੱਕ ਗੱਲ ਛੋਟੀ ਜੀ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਛੋਟੀ ਜੀ ਗੱਲ ਆ, ਮੇਰਾ ਛੋਟਾ ਜਿਹਾ ਸਵਾਲ ਆ। ਇੱਥੇ ਕਾਂਗਰਸ ਪਾਰਟੀ ਬੈਠੀ ਹੈ, ਅੱਗੇ ਆਮ ਆਦਮੀ ਪਾਰਟੀ ਬੈਠੀ ਹੈ, ਆ ਲਾਡੋਵਾਲ ਟੋਲ ਪਲਾਜ਼ਾ ਪਾਰ ਕਰੋ ਅਕਾਲੀ ਦਲ ਬੈਠਾ। ਇਹ ਤਿੰਨੋਂ ਪਾਰਟੀਆਂ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਆਈਆਂ ਕਿਸਾਨਾਂ ਨੂੰ ਹੱਕ ਦਿਲਾਉਣ ਵਾਸਤੇ? ਇਹ ਤਾਂ ਜੀ ਹੁਣ ਉਹਨਾਂ ਨੂੰ ਪੁੱਛੋ। ਇੱਥੇ ਫਿਲਹਾਲ ਜੋ ਮੈਂ ਦੇਖ ਰਿਹਾ, ਜਿੰਨੀ ਕਾਂਗਰਸ ਤੋਂ ਆ, ਆਮ ਆਦਮੀ ਪਾਰਟੀ ਤੋਂ ਆ, ਅਕਾਲੀ ਦਲ ਤੋਂ ਆ, ਸਾਰੇ ਇੱਥੇ ਇਕੱਠੇ ਹੋਏ ਨੇ। ਸਾਰੇ ਇੱਥੇ ਕਿਸਾਨ ਬਣ ਕੇ ਇਕੱਠੇ ਹੋਏ ਆ। ਐਜ਼ ਅ ਪੋਲੀਟੀਸ਼ੀਅਨ ਕੋਈ ਨਹੀਂ ਆਇਆ ਇੱਥੇ। ਕਿਸਾਨੀ ਦਾ ਮੁੱਦਾ ਲਿਆ, ਪਹਿਲਾਂ ਅਸੀਂ ਕਿਸਾਨ ਆ, ਫਿਰ ਪੋਲੀਟੀਸ਼ੀਅਨ ਆ। ਤੁਹਾਡੀ ਗੱਲ ਤੇ ਕੱਟੂਗਾ, ਅਗਰ ਤੁਹਾਡੇ ਮੁੱਦਿਆਂ ਦੇ ਵਿੱਚ ਆਏ ਹੁੰਦੇ ਸਾਰੇ ਪਾਰਟੀਆਂ ਵਾਲੇ, ਕਾਂਗਰਸ ਪਾਰਟੀ ਆਪਣੇ ਮੈਨੀਫੈਸਟੋ ਦੇ ਵਿੱਚ ਬਿੱਲ ਨਾ ਲਿਖਦੀ, ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਆਫ ਪਾਰਲੀਮੈਂਟ ਮੰਤਰੀ ਹੋਣ ਦੇ ਨਾਤੇ ਬਿੱਲ ਦੇ ਹੱਕ ਦੇ ਵਿੱਚ ਨਾ ਹੁੰਦੀ, ਤੇ ਉਸ ਤੋਂ ਬਾਅਦ ਰੋਡ ਦੇ ਉੱਤੇ ਸੜਕਾਂ ਦੇ ਉੱਤੇ ਕਿਸਾਨਾਂ ਦਾ ਅਸਤੀਫਾ ਨਾ ਦਿੰਦੀ। ਅਗਰ ਪਾਰਟੀਬਾਜ਼ੀ ਤੋਂ ਉੱਠਣਾ ਸੀਗਾ ਤੇ ਬਿੱਲ ਪਾਸ ਨਹੀਂ ਹੋਣ ਦੇਣਾ ਚਾਹੀਦਾ ਸੀ। ਉਹੀ ਪਾਰਟੀਬਾਜ਼ੀ ਸਹੀ ਹੁੰਦੀ ਹੈ। ਬਿੱਲ ਪਾਸ ਦੀ ਕੋਈ ਗੱਲ ਨਹੀਂ। ਬਿੱਲ ਪਾਸ ਕਰਤਾ, ਇਹ ਜਿਹਾ ਬਹੁਤ ਕੁਝ ਹੋਇਆ ਅੱਗੇ। ਬਿੱਲ ਪਾਸ ਹੋਣ ਦੇ ਬਾਵਜੂਦ ਸਰਕਾਰਾਂ ਨੂੰ ਆਪਣੇ ਫੈਸਲੇ ਵਾਪਸ ਲੈਣੇ ਪਏ ਨੇ। ਔਰ ਇਹ ਜਿਹੜੀ ਕਿਸਾਨਾਂ ਦੀ ਆਵਾਜ਼ ਆ, ਇਹ ਉੱਥੇ ਤੱਕ ਗੂੰਜੀ ਆ। ਤੁਸੀਂ ਦੇਖੋ ਅਸਤੀਫਾ ਵੀ ਆ ਗਿਆ। ਹੌਲੀ ਹੌਲੀ ਇਹਨਾਂ ਨੂੰ ਹੁਣ ਇਹ ਬਿੱਲ ਵਾਪਸ ਵੀ ਲੈਣੇ ਪੈਣਗੇ। ਹੁਣ ਰੇਲਾਂ ਰੋਕਣ ਦਾ ਰਾਜੇਵਾਲ ਸਾਹਿਬ ਆਏ ਸੀ, ਹਰਮੀਤ ਸਿੰਘ ਕਾਦੀਆਂ, ਇਹਨਾਂ ਨੇ ਕਿਹਾ ਅਸੀਂ ਰੇਲਾਂ ਰੋਕਾਂਗੇ। ਜਿੱਦਣ ਰੇਲਾਂ ਰੋਕੀਆਂ, ਸੈਂਟਰ ਨੂੰ ਪਤਾ ਲੱਗ ਜੂਗਾ ਵੀ ਅਸੀਂ ਬਿੱਲ ਵਾਪਸ ਲੈਣੇ ਆ। ਬਿੱਲ ਪਾਸ ਨਹੀਂ, ਵਾਪਸ ਨਹੀਂ ਲੈਂਦੀ ਕੇਂਦਰ ਸਰਕਾਰ, ਤਾਂ ਕਿਸਾਨ ਫਿਰ ਕੀ ਕਰੂਗਾ? ਉਹ ਤਾਂ ਕਹਿੰਦੇ MSP ਜਿਹੜੀ ਹੈਗੀ ਬਰਕਰਾਰ ਰਹੂਗੀ, ਕਿਸਾਨਾਂ ਨੂੰ ਫਾਇਦਾ ਹੋਊਗਾ। ਪ੍ਰਾਈਵੇਟ ਘਰਾਣਿਆਂ ਨੂੰ ਸੜਕ ਦੇ ਸਕਦੇ, ਝੋਨਾ ਜੋ ਵੀ ਕੋਈ ਜਿਹੜਾ ਫਸਲ ਦੇ ਸਕਦੇ ਨੇ, ਪ੍ਰਾਈਵੇਟ ਵੀ ਲੈ ਸਕਦੇ ਨੇ ਤੇ ਮੰਡੀ ਕਰਨ ਵਾਲੇ ਵੀ ਲੈ ਸਕਦੇ ਨੇ। ਅਸੀਂ ਦੇਖੋ ਜੀ, ਪਹਿਲਾਂ ਤਾਂ ਸਟੇਟ ਗਵਰਨਮੈਂਟ ਨੂੰ ਵੀ ਇਹੀ ਗੱਲ ਕਹਿੰਦੇ ਆ ਵੀ ਤੁਸੀਂ ਆਪਣਾ ਇਹ ਬਿੱਲ ਲਾਗੂ ਨਾ ਕਰੋ। ਵਿਧਾਨ ਸਭਾ ਦੇ ਵਿੱਚ ਸਭ ਤੋਂ ਪਹਿਲੀ ਜਿੱਤ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਅਸੀਂ ਇਹੀ ਗੱਲ ਕਹਿ ਰਹੇ ਹਾਂ, ਕਿਸਾਨ ਸਾਰੇ। ਉਦੋਂ ਬਾਅਦ ਸੈਂਟਰ ਨੂੰ ਵੀ ਆਪਣਾ ਫੈਸਲਾ ਵਾਪਸ ਲੈਣਾ ਪਊਗਾ ਜੀ। ਕੈਪਟਨ ਨਹੀਂ ਲੈ ਰਿਹਾ ਬਿੱਲ ਪਾ, ਕੈਪਟਨ ਦੇ ਮੈਨੀਫੈਸਟੋ 'ਚ ਕਹਿਤਾ ਸੀਗਾ। ਅੱਜ ਨੂੰ ਉਹਦੇ ਜਿਹੜੇ MLA ਹੈਗੇ ਨੇ, ਗੱਲ ਕੀਤੀ ਜਾਵੇ, ਬਾਹਰ ਆ ਰਹੇ ਨੇ। ਪਹਿਲੇ ਕਿੱਥੇ ਸੀਗੇ? ਦੇਖੋ ਜੀ, ਜਨ ਅੰਦੋਲਨ ਬੜਾ ਤਗੜਾ ਹੁੰਦਾ। ਇਹ ਜਿਹੜੀਆਂ ਸਰਕਾਰਾਂ ਹੁੰਦੀਆਂ, ਇਹ ਕਿਸਾਨ ਹਿਤੈਸ਼ੀ ਨਹੀਂ ਹੁੰਦੀਆਂ, ਇਹ ਵਪਾਰੀ ਹਿਤੈਸ਼ੀ ਹੁੰਦੀਆਂ ਨੇ। ਕਿਸੇ ਟਾਈਮ ਔਰੰਗਜ਼ੇਬ ਦਾ ਰਾਜ ਸੀ, ਉਹ ਕਹਿੰਦਾ ਸੀ ਜਿੰਨਾ ਟਾਈਮ ਮੈਂ ਸਵਾ ਮਣ ਜੰਜੂ ਰੋਜ਼ ਨਹੀਂ ਦੇਖਦਾ ਤਾਂ ਮੈਂ ਸਾਰੇ ਮੁਸਲਮਾਨ ਬਣਾ ਦੂੰਗਾ। ਇਹ ਮੋਦੀ ਉਸ ਭੁਲੇਖੇ ਦੇ ਵਿੱਚ ਫਿਰਦਾ ਕਿ ਮੈਂ ਸਾਰਾ ਕੁਝ ਕਰ ਲੂੰ। ਜਦੋਂ ਜਨ ਅੰਦੋਲਨ, ਕਿਸਾਨ ਅੰਦੋਲਨ, ਮਜ਼ਦੂਰ ਅੰਦੋਲਨ ਇਕੱਠਾ ਹੋ ਕੇ ਚੱਲਿਆ, ਇਹਨੂੰ ਆਪਣੇ ਫੈਸਲੇ ਵਾਪਸ ਲੈਣੇ ਪੈਣੇ ਆ, ਕਿਉਂਕਿ ਅੰਤ ਤੇ ਅੱਤ ਦੇ ਵਿੱਚ ਥੋੜਾ ਹੀ ਫਰਕ ਆ। ਹਾਂਜੀ, ਇਹਨਾਂ ਨੇ ਅੱਤ ਚੱਕੀ ਹੋਈ ਆ, ਇਹਨਾਂ ਦਾ ਅੰਤ ਹੋਣ ਵਾਲਾ। ਇੱਦਾਂ ਕਿਉਂ ਨਹੀਂ ਕੀਤਾ ਕਿ ਮੇਰੇ ਵੱਡੇ ਭਾਈ, ਮੈਂ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਖੜਾ ਹੋਇਆ ਵਾਂ, ਕਿਸਾਨਾਂ ਦੇ ਹਿੱਤ ਦੀ ਗੱਲ ਕਰੂੰਗਾ। ਮੈਂ ਉੱਥੇ ਵੀ ਗੱਲ ਕੀਤੀ ਕਿ ਸਾਰਿਆਂ ਨੂੰ ਇੱਕ ਜਗ੍ਹਾ ਤੇ ਆ ਕੇ ਬਹਿਣਾ ਚਾਹੀਦਾ ਸੀਗਾ, ਇੱਕ ਜਗ੍ਹਾ ਤੇ ਆ ਕੇ ਰੋਸ ਮੁਜ਼ਾਹਰਾ ਕਰਨਾ ਚਾਹੀਦਾ ਸੀਗਾ, ਤਾਂ ਕਿ ਸਰਕਾਰ ਦੇ ਕੰਨਾਂ ਤੱਕ ਗੂੰਜ ਜਾਂਦੀ। ਲੇਕਿਨ ਅਲੱਗ-ਅਲੱਗ ਜਥੇਬੰਦੀਆਂ ਬਣਾ ਕੇ ਗੂੰਜ ਕਰਾਣੀ ਕੀ ਸਹੀ ਲੱਗਦਾ ਤੁਹਾਨੂੰ? ਦੇਖੋ ਜੀ, ਆਏ ਤਾਂ ਇੱਥੇ ਸਾਰੇ ਕਿਸਾਨ ਹੀ ਆ। ਹੁਣ ਕੋਈ ਬੰਦਾ 25-30 ਸਾਲ ਤੋਂ ਪੁਰਾਣੀ ਪਾਰਟੀ ਨਾਲ ਜੁੜਿਆ ਹੋਇਆ, ਉਹ ਆਪਣੇ ਜਿਹੜੇ ਮੇਨ ਉਹਨਾਂ ਦੇ ਆਕਾ ਨੇ, ਉਹਨਾਂ ਨੂੰ ਖੁਸ਼ ਕਰਨ ਲਈ ਥੋੜਾ ਦੂਰ ਕਰਕੇ ਬੈਠਿਆ। ਦੁੱਖ ਸਾਰਿਆਂ ਨੂੰ ਹੀ ਆ, ਠੀਕ ਹੈ ਜੀ। ਉਹਦਾ ਆਪਣੇ ਹੁਣ ਜਿਹੜੇ ਉੱਪਰਲੇ ਮੇਨ ਲੀਡਰ ਆ, ਉਹਨਾਂ ਨੂੰ ਖੁਸ਼ ਕਰਨ ਮਾਰੇ ਪਰੇ ਬੈਠੇ ਆ। ਕੁਛ ਪੁਲਿਸ ਵੀ ਥਾਂ ਤੇ ਰੋਕ ਰਹੀ ਆ, ਇੱਕ ਥਾਂ ਨਹੀਂ ਹੋਣ ਦੇ ਰਹੀ। ਕਾਰਨ ਸਰਕਾਰ ਇਹ ਚਾਹੁੰਦੀ ਹੈ ਕਿ ਇਹ ਜ਼ਿਆਦਾ ਮੈਜੋਰਿਟੀ ਨਾ ਦਿਖੇ, ਇਕੱਠੇ ਨਾ ਹੋਣ। ਕਿਉਂਕਿ ਜਦੋਂ ਉੱਥੋਂ ਲੋਡੂਵਾਲ ਚੌਂਕ ਆ, ਉੱਥੇ ਵੀ ਰੋਕ ਰਹੀ ਆ ਪੁਲਿਸ, ਕਿਸੇ ਨੂੰ ਅੱਗੇ ਨਹੀਂ ਆਉਣ ਦੇ ਰਹੀ। ਇਹ ਕਾਰਨ ਇਹ ਆ ਵੀ ਇਹ ਸਰਕਾਰ ਦੀ ਗਿਣੀ ਮਿਸ਼ੀ ਸਾਜ਼ਿਸ਼ ਆ ਵੀ ਸਾਰੇ ਕਿਸਾਨਾਂ ਨੂੰ ਇਕੱਠੇ ਨਾ ਹੋਣ ਦਿਓ। ਪਾਰਟੀਆਂ ਵੀ ਇਸੇ ਕਰਕੇ ਕਰ ਰਹੀਆਂ, ਜਿਵੇਂ ਅਕਾਲੀ ਦਲ ਵਾਲੇ ਆ, ਉਹ ਕਿਸਾਨ ਅੰਦੋਲਨ ਨੂੰ ਡਰਾਬੈਕ 'ਚ ਲਿਜਾ ਰਹੇ ਆ, ਉੱਪਰ ਨਹੀਂ ਲਿਆ ਰਹੇ ਬਈ ਆਪਾਂ ਇੱਥੇ ਬਹਿਣਾ ਵੀ ਇਹ ਇਕੱਠੇ ਨਾ ਹੋਣ। ਸਾਡੇ ਨਾਲ ਹੋਰ ਪੈਂਪਲੇਟ ਵੀ ਇੱਥੇ ਫਲੈਕਸ ਵੀ ਲਾਈ ਹੋਈ ਹੈ, ਤੁਹਾਨੂੰ ਪੜ੍ਹਾ ਵੀ ਦਈਏ, ਤੁਸੀਂ ਦੇ ਸਕਦੇ ਹੋ। ਅਸੀਂ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਹਾਂ, ਨਾਲ ਹੀ ਪੰਜਾਬ ਨੂੰ ਸਿੱਖਿਆ, ਸਰਕਾਰ ਅਤੇ ਰੁਜ਼ਗਾਰ ਦੀ ਭਾਸ਼ਾ ਬਣਾਏ ਜਾਣ ਦੀ ਮੰਗ ਵੀ ਕਰਦੇ ਹਾਂ, ਤੁਸੀਂ ਦੇ ਸਕਦੇ ਹੋ। ਪੰਜਾਬੀ ਮਾਂ ਬੋਲੀ ਹੈ ਸਾਡੀ, ਪੰਜਾਬੀ ਮਾਂ ਬੋਲੀ ਵੀ ਹੁੰਦੀ ਹੈ, ਪੰਜਾਬੀਅਤ ਦੀ ਪੰਜਾਬ ਵੀ ਹੈਗੀ, ਲੇਕਿਨ ਉਹਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਇਹ ਕਹਿੰਦੇ ਹਾਂ ਵੀ ਜਿਹੜੀ ਇਹ ਅੱਜ ਪੰਜਾਬ ਕਿਸਾਨ
ਸੰਘਰਸ਼ 'ਚ ਅਸੀਂ ਹਮਾਇਤ ਲਈ ਆਏ ਹਾਂ, ਕਿਉਂਕਿ ਜਿਹੜੀ ਇੱਕ ਇਹ ਨਸਲਕੁਸ਼ੀ ਹੈ, ਅਗਰ ਸਾਡੀ ਪੰਜਾਬੀ ਇਹਦੇ ਨਾਲ ਬਹੁਤ ਜੁੜੀ ਹੋਈ ਹੈ। ਜਿਹੜੀ ਪੰਜਾਬੀਅਤ ਹੈ, ਪੁਰਾਣਾ ਵਿਰਸਾ, ਮਾਂ ਬੋਲੀ ਪੰਜਾਬੀ ਦਾ, ਜੇ ਇਹ ਮਾਂ ਬੋਲੀ ਪੰਜਾਬੀ ਖਤਮ ਹੋ ਗਈ ਤਾਂ ਵਿਰਸਾ ਵੀ ਖਤਮ ਹੋ। ਜਿਹੜੀ ਕਿਸਾਨੀ ਆ, ਕਿਸਾਨਾਂ ਦੀ ਸਾਰੀ ਬੋਲੀ ਪੰਜਾਬੀ ਹੈ। ਪੰਜਾਬੀ ਦੇ ਨਾਲ ਰੁਜ਼ਗਾਰ ਜੁੜੀ ਆ। ਪੰਜਾਬੀ ਜਿਹੜੀ ਭਾਸ਼ਾ ਹੈਗੀ ਆ, ਇਹ ਬਹੁਤ ਵੱਡਾ ਹਿੱਸਾ ਇੱਕ ਕਿਸਾਨੀ ਰੁਜ਼ਗਾਰ ਦਾ, ਕਿੱਤੇ ਦਾ, ਵਿਰਾਸਤ ਦਾ ਹਿੱਸਾ। ਅੱਜ ਜਿਹੜਾ ਕਿਸਾਨਾਂ ਨਾਲ ਧੱਕਾ ਹੋ ਰਿਹਾ, ਐਵੇਂ ਜੁਕੂ ਸੈਂਟਰ ਦੀਆਂ ਸਰਕਾਰਾਂ, ਰਾਜ ਦੀਆਂ ਸਰਕਾਰਾਂ ਇੱਕ ਪੰਜਾਬੀ ਮਾਂ ਬੋਲੀ ਦੇ ਨਾਲ ਵੀ ਮਤਈ ਵਾਲਾ ਵਿਤਕਰਾ ਕਰ ਰਹੀਆਂ। ਪੰਜਾਬ ਵਿੱਚ ਕਿਉਂ ਸੰਤਾਪ ਝੇਲਣਾ ਪੈਂਦਾ ਪੰਜਾਬੀਆਂ ਨੂੰ? ਪੰਜਾਬ ਦੇ ਵਿੱਚ ਸੰਤਾਪ ਕਿਉਂ ਝੇਲਣਾ ਪੈਂਦਾ ਕਿ ਪੰਜਾਬ ਦੇ ਵਿੱਚ ਕੇਂਦਰੀ ਸਰਕਾਰ ਰਾਜ ਕਰਨਾ ਚਾਹੁੰਦੀ, ਇਸ ਕਰਕੇ ਸੰਤਾਪ ਝੇਲਦੀ ਹੈ ਪੰਜਾਬ ਨੂੰ? ਨਹੀਂ, ਪੰਜਾਬ ਦੇਖੋ 47 ਦੇ ਵਿੱਚ ਹਿੰਦੁਸਤਾਨ ਆਜ਼ਾਦ ਹੋ ਕੇ ਜਿਹੜਾ ਪੰਜਾਬੀ ਵਿਰਸਾ ਸੀ, ਉਹਦੇ ਦੋ ਟੁਕੜੇ ਹੋ ਗਏ ਪੰਜਾਬ ਦੇ। 12.5 ਕਰੋੜ ਲਹਿੰਦੇ ਪੰਜਾਬ 'ਚ ਪੰਜਾਬੀ ਰਹਿ ਗਏ, 2.5 ਕਰੋੜ ਇੱਧਰ ਆਏ। ਇੱਧਰ ਵੀ ਇੱਕ ਸੈਂਟਰ ਦੀ ਸਿਆਸਤ, ਕੁਛ ਰਾਜ ਸਰਕਾਰਾਂ ਨੇ ਪੰਜਾਬੀ ਬੋਲਦੇ ਇਲਾਕੇ, ਕੁਛ ਗੰਗਾ ਨਗਰ ਨਾਲ ਚਲੇ ਗਏ, ਦਿੱਲੀ ਉਹ ਅੱਡ ਹੋ ਗਈ, ਹਰਿਆਣਾ ਉਹ ਅੱਡ ਹੋ ਗਿਆ, ਹਿਮਾਚਲ ਉਹ ਅੱਡ ਹੋ ਗਿਆ। ਹੁਣ ਜਿਹੜਾ ਇਸ ਵਾਰ ਹੋਇਆ ਜੰਮੂ ਕਸ਼ਮੀਰ ਦੇ ਵਿੱਚ, ਪੰਜਾਬੀ ਜਿਹੜੀ ਉੱਥੇ ਦੀ ਭਾਸ਼ਾ ਦੇ ਵਿੱਚ ਉਹਨੂੰ ਇੱਕ ਲਿਆ ਹੋਇਆ ਸੀਗਾ ਦੂਸਰਿਆਂ ਦੇ ਨਾਲ ਬਰਾਬਰ ਅਹੁਦਾ ਦੇ ਕੇ, ਉਸ ਨੂੰ ਵੀ ਸੈਂਟਰ ਦੀ ਸਰਕਾਰ ਨੇ ਆਪਣਾ ਧੱਕੇ ਨਾਲ ਉਹਨੂੰ ਬਾਹਰ ਕਰਤਾ। ਔਰ ਪੰਜਾਬ ਦੇ ਵਿੱਚ ਵੀ ਐਵੇਂ ਜੁਕੂ ਪੰਜਾਬੀ ਦਾ ਘਾਣ ਹੋ ਰਿਹਾ। ਪੂਰੀ ਬੰਦੀ 1967 ਦਾ ਜੋ ਰਾਜ ਭਾਸ਼ਾ ਦਾ ਦਰਜਾ ਪੰਜਾਬ 'ਚ ਪੰਜਾਬੀ ਦਾ, ਉਹ ਨਹੀਂ ਮਿਲ ਰਿਹਾ। 2008 ਦੇ ਵਿੱਚ ਇੱਕ ਲਰਨਿੰਗ ਆਫ ਲੈਂਗੁਏਜ ਐਂਡ ਅਦਰ ਲਰਨਿੰਗ ਆਫ ਲੈਂਗੁਏਜਸ ਐਕਟ ਬਣਿਆ ਸੀ, ਜਿਹਦੇ ਅਧੀਨ ਪਹਿਲੀ ਤੋਂ 10ਵੀਂ ਤੱਕ ਪੰਜਾਬੀ ਲਾਜ਼ਮੀ ਭਾਸ਼ਾ ਸੀ। ਦੂਸਰੀਆਂ ਭਾਸ਼ਾ ਵਗੈਰਾ ਜਿੰਨੀਆਂ ਮਰਜ਼ੀ ਸਿੱਖੋ, ਲੇਕਿਨ ਪੰਜਾਬੀ ਤੁਹਾਡੀ ਲਾਜ਼ਮੀ ਸੀ। ਆਪਣਾ ਵਜੂਦ ਤਾਂ ਹੀ ਹੈ ਜਦੋਂ ਆਪਾਂ ਪੰਜਾਬੀ ਨੂੰ ਬਰਕਰਾਰ ਰੱਖ ਪਾਵਾਂਗੇ। ਹਾਂਜੀ, ਇਹ ਆ ਵੀ ਪੰਜਾਬੀ ਵਜੂਦ ਹੈ ਤਾਂ ਪੰਜਾਬੀਆਂ ਦਾ ਵਜੂਦ ਹੈ। ਜੇ ਪੰਜਾਬੀ ਵਜੂਦ ਨਹੀਂ ਤਾਂ ਪੰਜਾਬੀ ਕੌਮ ਦੀ ਨਸਲਕੁਸ਼ੀ ਹੈ। ਇਹ ਅੰਗਰੇਜ਼ਾਂ ਨੇ ਆ ਕੇ ਹਿੰਦੁਸਤਾਨ 'ਚ ਸਾਰਿਆਂ ਨੂੰ ਪਹਿਲਾਂ ਆਪਦਾ ਅੰਗਰੇਜ਼ੀ ਥੋਪੀ ਹੈ, ਲੇਕਿਨ ਸਾਊਥ ਦੇ ਵਿੱਚ ਚਲੇ ਜਾਓ, ਉਹਨਾਂ ਨੇ ਆਪਦੀਆਂ ਮਾਤ ਭਾਸ਼ਾ ਨਹੀਂ ਛੱਡੀਆਂ, ਜਿਸ ਕਰਕੇ ਉਹ ਵਜੂਦ ਹੈ। ਅਸੀਂ ਇਹੀ ਆਸ ਕਰਦੇ। ਸਾਡੇ ਨਾਲ ਨੌਜਵਾਨ ਹੀ ਮੌਜੂਦ ਹੈਗੇ ਨੇ। ਵੱਡੇ ਭਾਜੀ, ਕਿਸ ਵਾਸਤੇ ਆਏ ਹੋ ਤੁਸੀਂ? ਉਹ ਵੀਰੇ ਆ ਗੱਲ ਕਰੀਏ। ਕਾਹਦੇ ਵਾਸਤੇ ਆਏ ਹੋ? ਹਾਂਜੀ, ਕਾਹਦੇ ਵਾਸਤੇ ਆਏ ਹੋ? ਕਿਸਾਨੀ ਤੇ ਰੋਸ ਵਾਸਤੇ। ਮੈਂ ਛੋਟਾ ਜਿਹਾ ਇੱਕ ਸਵਾਲ ਜਿਹਾ ਪੁੱਛੂੰਗਾ ਮੇਰੇ ਭਰਾ ਨੂੰ। ਮੈਂ ਚਾਹੁੰਦਾ ਵਾਂ, ਮੈਂ ਇਹਨਾਂ ਦੇ ਸਮਰਥਕ 'ਚ ਹੈਗਾ, ਮੇਰੇ ਵੱਡੇ ਭਰਾ ਨੇ ਕਿਸਾਨ, ਕੋਈ ਸਿੱਖਿਆ ਦੇਣਾ ਚਾਹੁੰਦਾ। MSP ਦੀ ਫੁੱਲ ਫਾਰਮ ਕੀ ਹੈ? ਉਹ ਤਾਂ ਮੈਨੂੰ ਦੱਸ ਦੇ। ਮੈਕਸਿਮਮ ਸੇਲ ਪ੍ਰਾਈਸ। ਯਾਰ ਜਿੰਨਾ ਕੁ ਪਤਾ ਹੈ ਮੈਕਸਿਮਮ ਸੇਲ ਪ੍ਰਾਈਸ। ਚਲੋ, ਇਹ ਸਾਡੇ ਯੁਵਾ ਨੇ ਆਏ ਨੇ ਇੱਥੇ, ਲੇਕਿਨ ਜਾਣਕਾਰੀ ਇਹਨਾਂ ਨੂੰ ਲੈਣੀ ਚਾਹੀਦੀ ਸੀ ਕਿ ਜਾਣਕਾਰੀ ਹੈ ਨਹੀਂ ਗੀ। ਗੱਲਬਾਤ ਹੋਰ ਵੀ ਕਰਦੇ ਹਾਂ। ਕੇਂਦਰ ਸਰਕਾਰ ਦਾ ਗੂੰਜ ਜਾਊਗੀ ਕਿ ਨਹੀਂ ਜਾਊਗੀ? ਉਹ ਕਿਉਂ ਨਹੀਂ ਜਾਊਗੀ? ਜਦੋਂ ਸਾਰਾ ਪੰਜਾਬ, ਸਾਰਾ ਹਰਿਆਣਾ, ਸਾਰਾ ਦੇਸ਼ ਸੜਕ ਤੇ ਆਊਗਾ, ਮਜਬੂਰ ਕਰ ਦੇਣਗੇ ਪ੍ਰਧਾਨ ਮੰਤਰੀ ਜੀ ਨੂੰ। ਪ੍ਰਧਾਨ ਮੰਤਰੀ ਜੀ ਡਿਕਟੇਟਰ ਬਣੇ ਹੋਏ ਆ। ਡਿਕਟੇਟਰ ਵੀ ਨਹੀਂ ਹੈ, ਪ੍ਰਾਪਰਟੀ ਡੀਲਰ ਬਣੇ ਆ। ਕਿਸਾਨਾਂ ਦੀ ਜ਼ਮੀਨ ਅਡਾਨੀਆਂ ਨੂੰ, ਬਾਨੀਆਂ ਨੂੰ ਵੇਚਣ ਲੱਗੇ ਆ। ਅੱਜ ਤੋਂ ਪਹਿਲਾਂ ਤਾਂ ਇਦਾਂ ਦਾ ਪ੍ਰਧਾਨ ਮੰਤਰੀ ਕੋਈ ਨਹੀਂ ਆਇਆ ਵੀ ਜਿਹੜਾ ਪ੍ਰਾਪਰਟੀ ਡੀਲਰੀ ਦਾ ਕੰਮ ਕਰਦਾ ਹੋਵੇ। ਮੈਂ ਤੁਹਾਨੂੰ ਛੋਟੀ, ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ? ਪਾਰਟੀ ਤੋਂ ਬਿਲੋਂਗ ਕਿਹੜੀ ਤੋਂ ਕਰਦੇ ਹੋ? ਲੋਕ ਇਨਸਾਫ ਪਾਰਟੀ, ਰਣਧੀਰ ਸਿੰਘ ਸਿਬੀਆ। ਲੋਕ ਇਨਸਾਫ, ਬੈਂਸ ਸਾਹਿਬ ਦੀ ਪਾਰਟੀ ਤੋਂ ਬਿਲੋਂਗ ਕਰਦੇ ਹੋ? ਬੈਂਸ ਸਾਹਿਬ ਤਾਂ ਚਲੋ ਉੱਥੇ ਚਲੇ ਗਏ ਸੀਗੇ, ਦਰਿਆ ਤੋਂ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਵਾਪਸ ਤਾਂ ਭੇਜਦੇ, ਵਾਪਸ ਆ ਗਏ। ਬੈਂਸ ਸਾਹਿਬ ਨੇ ਕਿਹਾ ਸੀ ਕੈਪਟਨ ਮੈਨੂੰ ਕਵੇ ਤੇ ਮੈਂ ਪਿੱਛੇ ਲੱਗਾਂਗਾ ਤੇ ਕੂਚ ਕਰਾਂਗਾ ਦਿੱਲੀ ਦਾ, ਕੂਚ ਕਰਾਂਗਾ ਦਿੱਲੀ ਦਾ। ਲੇਕਿਨ ਉੱਥੇ ਇੱਕ ਪਾਰਟੀ ਅਲੱਗ ਬੈਠੀ ਹੋਈ ਆ, ਉੱਥੇ ਇੱਕ ਪਾਰਟੀ ਅਲੱਗ ਬੈਠੀ ਹੋਈ ਆ, ਇੱਥੇ ਇੱਕ ਅਲੱਗ ਪਾਰਟੀ ਬੈਠੀ ਹੁੰਦੀ ਆ, ਅੱਗੇ ਇੱਕ ਪਾਰਟੀ ਅਲੱਗ ਬੈਠੀ ਹੋਈ ਆ। ਕਿਸਾਨ ਦੇ ਹੱਕ ਦੇ ਵਿੱਚ ਹੈਗੀਆਂ ਸਾਰੀਆਂ ਪਾਰਟੀਆਂ ਦਾ ਇੱਕ ਮੰਚ ਤੇ ਕਿਉਂ ਨਹੀਂ ਹੋਈਆਂ ਅੱਜ?
ਨਹੀਂ ਅਸੀਂ ਤਾਂ ਅਪੀਲ ਕਰਦੇ ਹਾਂ ਸਾਰਿਆਂ ਨੂੰ। ਸਾਡੇ ਪ੍ਰਧਾਨ ਨੇ ਸਰਦਾਰ ਸਿਮਰਜੀਤ ਸਿੰਘ ਬੈਂਸ ਉਹਨਾਂ ਨੇ ਪਰਸੋਂ ਕਲੀਅਰ ਕਰਤਾ ਸੀਗਾ ਵੀ ਜਿੱਥੇ ਜਿੱਥੇ ਤੁਹਾਡੇ ਨੇੜੇ ਕਿਸਾਨ ਯੂਨੀਅਨ ਧਰਨਾ ਲਾਉਂਦੀ ਹੈ, ਤੁਸੀਂ ਸਾਰੇ ਨੁਮਾਇੰਦੇ ਨੇ, ਸਾਰੇ ਵਰਕਰਾਂ ਨੇ ਉਸ ਧਰਨੇ ਦੇ ਵਿੱਚ ਜਾ ਕੇ ਸ਼ਮੂਲੀਅਤ ਕਰਨੀ ਹੈ ਔਰ ਅਸੀਂ ਕਰ ਰਹੇ ਹਾਂ। ਬਾਕੀ ਦੂਜੀ ਗੱਲ ਤੁਸੀਂ ਕੀਤੀ ਹੈ, ਕੈਪਟਨ ਸਾਹਿਬ ਨੂੰ ਅਪੀਲ ਕੀਤੀ ਬੈਂਸ ਸਾਹਿਬ ਨੇ ਵੀ ਟਾਈਮ ਹੈਗਾ ਤੁਹਾਡਾ ਅਗਵਾਈ ਕਰਨ ਦਾ, ਟਾਈਮ ਹੈਗਾ ਤੁਹਾਡਾ ਅਗਵਾਈ ਕਰਨ ਦਾ। ਸਾਰਿਆਂ ਨੂੰ ਲਾਮਬੰਦ ਕਰੋ, ਵਿਸ਼ਵਾਸ ਬਣਾਓ ਸਾਰਿਆਂ 'ਚ। ਐਮਐਸਪੀ ਹੈ ਕੀ ਮੈਨੂੰ ਥੋੜਾ ਦੱਸ ਦਿਓ। ਐਮਐਸਪੀ ਹੈ, ਐਮਐਸਪੀ ਤਾਂ ਸਰਕਾਰ ਨੇ ਜਿਹੜਾ ਰੇਟ ਘੱਟੋ ਘੱਟ ਪ੍ਰਾਈਸ ਫਿਕਸ ਕੀਤਾ ਹੈ ਕਿਸਾਨਾਂ ਦੀ ਜਿਣਸ ਖਰੀਦਣ ਦਾ, ਤੇ ਇੱਕ ਜਿਹੜੀ ਪੇਮੈਂਟ ਹੈ ਉਹ ਯਕੀਨੀ ਬਣਾਉਣਾ ਕਿ 24 ਘੰਟੇ ਦੇ ਵਿੱਚ ਜਿਹੜੀ ਪੇਮੈਂਟ ਹੈਗੀ ਹੈ ਉਹ ਕਿਸਾਨ ਨੂੰ ਮਿਲੇ। ਕੌਣ ਦਊਗਾ 24 ਘੰਟੇ ਯਕੀਨੀ ਬਣਾਇਆ ਜਾਊਗਾ ਤਾਂ? ਕੌਣ ਦਊਗਾ ਤਾਂ ਅਸੀਂ ਇਹੀ ਗੱਲ ਦਾ ਤਾਂ ਅਸੀਂ ਵਿਰੋਧ ਕਰ ਰਹੇ ਹਾਂ। ਇਸ ਗੱਲ ਦਾ ਵਿਰੋਧ ਕਰ ਰਹੇ ਹੋ? ਵਿਰੋਧ ਕਰ ਰਹੇ ਹਾਂ ਕਿਸਾਨਾਂ ਦੀ ਜਿਹੜੀ ਫਸਲ ਹੈ ਤੁਸੀਂ ਪ੍ਰਾਈਵੇਟ ਕਰਨ ਜਾ ਰਹੇ ਹੋ। ਪ੍ਰਾਈਵੇਟ ਵਪਾਰੀ ਆਪਣੀ ਮਰਜ਼ੀ ਨਾਲ ਖਰੀਦੂਗਾ, ਰੇਟ ਘੱਟ। ਐਮਐਸਪੀ ਤਾਂ ਲਾਗੂ ਰਹੇਗੀ? ਐਮਐਸਪੀ ਤਾਂ ਲਾਗੂ ਰਹੇਗੀ? ਨਹੀਂ, ਐਮਐਸਪੀ ਤਾਂ ਮੱਕੀ ਤੇ ਵੀ ਲਾਗੂ ਹੈ। 1850 ਰੁਪਏ ਰੇਟ ਹੈਗਾ, ਆ 650 ਰੁਪਏ ਨੂੰ ਖਰੀਦ ਰਹੇ ਆ। ਅੱਜ ਕਿੱਥੇ ਨੇ ਮੋਦੀ ਜੀ? ਅੱਜ ਕਿਉਂ ਨਹੀਂ ਉੱਥੇ ਆ ਕੇ ਕਿਸਾਨਾਂ ਨਾਲ ਖੜ ਰਹੇ? ਪੰਜਾਬ ਦੀਆਂ ਉਹ ਸਰਕਾਰਾਂ ਕਿਤੇ ਜਿਨ੍ਹਾਂ ਦੇ ਮੈਨੂਫੈਕਚਰੋ ਦੇ ਵਿੱਚ ਆ ਬਿੱਲ ਸੀਗੇ, ਵਿੱਤ ਮੰਤਰੀ ਉੱਤੇ ਬੈਠੀ ਸੀਗੀ, ਉਦੋਂ ਬਿੱਲ ਦੀ ਹਮਾਇਤ ਕਰ ਰਹੀ ਸੀਗੀ। ਮੈਨੂਫੈਕਚਰੋ ਕਾਂਗਰਸ ਸਰਕਾਰ 2017 ਦੇ ਵਿੱਚ ਆਂਦੀ, ਮੈਨੂਫੈਕਚਰੋ ਦੇ ਵਿੱਚ ਵੀ ਇਹ ਬਿੱਲ ਸੀਗੇ, ਉਦੋਂ ਕਿੱਥੇ ਸੀਗੇ? ਉਦੋਂ ਵਿਰੋਧ ਕਿਉਂ ਨਹੀਂ ਕੀਤਾ ਗਿਆ? 3 ਸਾਲ ਪਹਿਲੇ ਤਾਂ ਪਤਾ ਹੋਇਆ ਕਿ ਬਿੱਲ ਪਾਸ ਹੋਣੇ ਨੇ। ਮੈਂ ਕਿਹਾ ਜੇ ਕਾਂਗਰਸ ਦੀਆਂ ਨੀਤੀਆਂ ਮਾੜੀਆਂ, ਮੈਂ ਕਾਂਗਰਸ ਨੂੰ ਨਹੀਂ ਕਹਿ ਰਿਹਾ, ਮੈਂ ਅਕਾਲੀਆਂ ਨੂੰ ਵੀ ਕਹਿ ਰਿਹਾ ਨਾਲ ਹੀ। ਮੈਂ ਕਹਿੰਦਾ ਕਿਸੇ ਵੀ ਪਾਰਟੀ ਦੀ ਜੇ ਪਾਲਿਸੀਆਂ ਮਾੜੀਆਂ ਹੈਗੀਆਂ ਕਿ ਮੋਦੀ ਸਾਹਿਬ ਉਹ ਅਡਾਪਟ ਕਰਨਗੇ? ਮੋਦੀ ਸਾਹਿਬ ਉਹਨਾਂ ਦੀਆਂ ਪਾਲਿਸੀਆਂ ਤੇ ਸਰਕਾਰ ਚਲਾਉਣਗੇ? ਮੋਦੀ ਸਾਹਿਬ ਆਪਣੀ ਪਾਲਿਸੀ ਬਣਾਉਣ। ਕੀ ਪਾਲਿਸੀ ਬਣਾਉਣਗੇ ਆਪਣੇ ਦੱਸੋ? ਕੀ ਬਣਾਉਣਗੇ? ਇਹ ਤਾਂ ਦੇਖੋ ਹੁਣ ਸਾਰੇ ਕਿਸਾਨ ਸੜਕਾਂ ਤੇ ਆ, ਬੱਚੇ ਨੂੰ ਪਤਾ ਹੈ ਕਿ ਸਾਡੀ ਜ਼ਮੀਨ ਸਾਡੀ ਜ਼ਮੀਰ ਵੇਚਣ ਜਾ ਰਿਹਾ ਅਡਾਨੀਆਂ ਨੂੰ, ਉਹਨਾਂ ਦੇ ਹੱਥ ਸਾਨੂੰ ਵੇਚ ਰਹੇ ਆ। ਅੰਬਾਨੀ ਜੋ ਜ਼ਮੀਨ ਲੈ ਲੈਂਦੇ ਨੇ, ਪ੍ਰਾਈਵੇਟ ਕੋਆਪਰੇਟ ਦਾ ਕੀ ਹੁੰਦਾ ਮੈਨੂੰ ਥੋੜਾ ਦੱਸੋਗੇ? ਪ੍ਰਾਈਵੇਟ ਕੋਆਪਰੇਟ ਜਿੱਦਾਂ ਗੱਲ ਕੀਤੀ ਜਾ ਰਹੀ ਹੈ, ਜਿੱਦਾਂ ਕਿਸਾਨਾਂ ਨੂੰ ਦੱਸਿਆ ਜਾ ਰਿਹਾ ਪਾਰਟੀ ਸਿਆਸੀ ਦਾਰਾਂ ਵੱਲੋਂ ਕਿ ਪ੍ਰਾਈਵੇਟ ਕੋਆਪਰੇਟ ਤੁਹਾਡੀ ਜ਼ਮੀਨ ਲੈ ਲੈਣਗੇ, ਕੀ ਜ਼ਮੀਨ ਲੈਣ ਤੋਂ ਬਾਅਦ ਕੀ ਕੀਤਾ ਜਾਊਗਾ? ਥੋੜਾ ਪਤਾ ਤੁਹਾਨੂੰ ਗਿਆਨ ਹੈਗਾ ਇਹਦੇ ਬਾਰੇ? ਫਿਰ ਮੈਂ ਦੱਸਾਂ ਤੁਹਾਨੂੰ। ਨਹੀਂ, ਜ਼ਮੀਨ ਲੈਣ ਤੋਂ ਬਾਅਦ ਅਜੇ ਤਾਂ ਸ਼ੁਰੂਆਤ ਹੋਈ ਹੈ। ਜੇ ਅਸੀਂ ਉੱਥੇ ਤੱਕ ਜਾਣ ਦੇਵਾਂਗੇ ਫੇਰ ਗੱਲ ਕਰਾਂਗੇ ਨਾ। ਅਸੀਂ ਉੱਥੇ ਤੱਕ ਪਹੁੰਚਣਾ ਕਿਉਂ ਹੈ? ਬਿੱਲ ਤਾਂ ਪਾਸ ਹੋ ਗਏ ਨੇ। ਨਹੀਂ, ਅਸੀਂ ਦੇਵਾਂਗੇ, ਉਹੀ ਕਹਿ ਰਹੇ ਹਾਂ ਨਾ। ਅਸੀਂ ਇਕੱਠੇ ਹੋ ਕੇ ਸਰਕਾਰ ਦੇ ਨੱਕ 'ਚ ਦਮ ਲਿਆਵਾਂਗੇ। ਅਸੀਂ ਕਿਉਂ ਦੇਵਾਂਗੇ ਆਪਣੀਆਂ ਜ਼ਮੀਨਾਂ ਅਡਾਨੀਆਂ ਬਾਨੀਆਂ? ਬੈਂਸ ਸਾਹਿਬ ਨਹਿਰ ਤਾਂ ਪਾਰ ਨਹੀਂ ਕਰ ਪਾਏ, ਦਿੱਲੀ ਦਾ ਤਾਂ ਕੂਚ ਕਰਨਾ ਸੀ, ਉਹਨੇ ਫਤਿਹਗੜ੍ਹ ਸਾਹਿਬ ਤੋਂ ਮੋਟਰਸਾਈਕਲ ਰੈਲੀ ਕੱਢੀ ਸੀਗੀ, ਉਹ ਵੀ ਚੋਰੀ ਛੁਪੇ ਰਸਤੇ ਗਏ ਸੀਗੇ। ਉਹ ਕਹਿੰਦੇ ਮੈਂ ਤਾਂ ਹਾਈਵੇ ਤੋਂ ਜਾ ਰਿਹਾ, ਲੇਕਿਨ ਪਾਣੀ ਦੇ ਨੀਚੋਂ ਜਾਣਾ ਤੇ ਹਾਈਵੇ ਦੇ ਉੱਤੋਂ ਜਾਣਾ ਬਹੁਤ ਫਰਕ ਹੈ। ਲੇਕਿਨ ਦਿੱਲੀ ਤੱਕ ਤਾਂ ਫਤਿਹਗੜ੍ਹ ਸਾਹਿਬ ਤੋਂ ਪਹੁੰਚ ਨਹੀਂ ਪਾਏ ਨੇ। ਕਿਸਾਨਾਂ ਦੇ ਹੱਕ ਦੀ ਗੱਲ ਕਿੱਥੋਂ ਕਰਨਗੇ ਉਹ? ਚਲੋ ਇਹ ਦੇਖੋ, ਸਰਕਾਰਾਂ ਅਸੀਂ ਕਿਸਾਨਾਂ ਦੇ ਹੱਕ ਲਈ ਦਿੱਲੀ ਜਾਣ ਦਾ ਸੰਘਰਸ਼ ਕੀਤਾ। ਅਸੀਂ 3 ਘੰਟੇ ਫਾਈਟ ਕੀਤੀ ਉੱਥੇ ਪ੍ਰਸ਼ਾਸਨ ਦੇ ਨਾਲ। ਤੁਸੀਂ ਉਹਨਾਂ ਨੂੰ ਸਵਾਲ ਕਰੋ ਜਿਹੜੀਆਂ ਸਰਕਾਰਾਂ, ਹਰਿਆਣੇ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਉਹਨਾਂ ਨੂੰ ਕੀ ਤਕਲੀਫ ਹੈ ਸਾਡੀ? ਬਿਹਾਰ ਦੇ ਵਿੱਚ ਇਹ ਬਿੱਲ ਕਦੋਂ ਪਾਸ ਹੋਇਆ ਜੀ? ਕਿੰਨੀ ਸਨ ਦੇ ਵਿੱਚ ਪਾਸ ਹੋਇਆ? ਮੈਨੂੰ ਆ ਦੱਸੋ। ਤੁਸੀਂ ਪੋਲਿਟਿਕਸ ਤੋਂ ਡਿਪੈਂਡ ਕਰਦੇ ਹੋ। ਬਿਹਾਰ ਦੇ ਵਿੱਚ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ, ਤੁਹਾਨੂੰ ਥੋੜਾ ਗਿਆਨ, ਤੁਹਾਨੂੰ ਮੈਂ ਚਾਹੁੰਦਾ ਕਿ ਤੁਸੀਂ ਵੱਡੇ ਲੀਡਰ ਬਣੋ, ਐਮਐਲਏ ਤੋਂ ਐਮਪੀ ਬਣੋ, ਲੇਕਿਨ ਥੋੜਾ ਗਿਆਨ ਵੀ ਜਿਹੜਾ ਹੁੰਦਾ ਨਾ ਥੋੜਾ ਰੱਖੋ। ਕੋਈ ਕੱਲ ਨੂੰ ਮੈਂ ਨਹੀਂ ਪੁੱਛ ਰਿਹਾ, ਹੋਰ ਕੀ ਪੁੱਛ ਲੈਂਦਾ? ਨਹੀਂ, ਤੁਸੀਂ ਦੇਖੋ ਸਾਡੇ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਰਾ ਕੁਝ ਸਾਰਿਆਂ ਨੂੰ ਅਵੇਅਰ ਕਰ ਰਹੇ ਆ। ਅੱਜ ਤੋਂ 3 ਮਹੀਨੇ ਪਹਿਲਾਂ ਅਸੀਂ ਸਾਰਾ ਕੁਝ ਪੜ੍ਹ ਕੇ 300 ਕਿਲੋਮੀਟਰ ਦੀ ਯਾਤਰਾ ਕੀਤੀ, ਯਾਤਰਾ ਕਰਕੇ ਲੋਕਾਂ ਨੂੰ ਅਵੇਅਰ ਕੀਤਾ। ਸਾਨੂੰ ਮਾਣ ਹੈ। ਅੱਜ ਸਾਡੀ ਅਵੇਅਰਨੈਸ ਕੀ ਕੀਤਾ ਸੀਗਾ? ਅੱਜ ਸਾਡੀ ਉਹ ਯਾਤਰਾ ਹਿੰਦੁਸਤਾਨ ਦੇ ਵਿੱਚ ਲੋਕ ਲਹਿਰ ਬਣੀ ਹੈ। ਸਾਨੂੰ ਮਾਣ ਹੈ ਲੋਕਾਂ ਇਨਸਾਫ ਪਾਰਟੀ ਤੇ। ਜੇ ਅਸੀਂ ਜਾਗਰੂਕ ਕੀਤਾ ਲੋਕਾਂ ਨੂੰ, ਲੋਕ ਸੜਕਾਂ ਤੇ ਆਏ ਆ। ਮੈਨੂੰ ਆ ਦੱਸੋ, ਬਿਹਾਰ ਦੇ ਵਿੱਚ ਕਾਨੂੰਨ ਕਦੋਂ ਪਾਸ ਹੋਇਆ ਸੀ? ਤੁਸੀਂ ਸਾਨੂੰ ਬਿਹਾਰ ਨਾਲ ਸਾਡੇ ਪੰਜਾਬ ਦਾ ਸਵਾਲ ਕਰੋ। ਪੰਜਾਬ ਦੇ ਵਿੱਚ ਤਾਂ ਉਹੀ ਬਿੱਲ ਪਾਸ ਹੋਇਆ। ਤੁਸੀਂ ਸਾਡੇ ਪੰਜਾਬ ਦੀ ਗੱਲ ਕਰੋ। ਬਿਹਾਰ ਦੇ ਵਿੱਚ ਪਤਾ ਵਾ, ਸੁਣੋ ਬਿਹਾਰ ਦੇ ਵਿੱਚ ਜਦੋਂ ਬਿੱਲ ਪਾਸ ਹੋਇਆ ਸੀਗਾ, ਕਿਸਾਨ ਸੜਕਾਂ ਦੇ ਉੱਤੇ ਆ ਗਏ ਸੀ ਕਿ ਜਿਹੜੀ ਉਹਦੀ ਫਸਲ ਸੀਗੀ ਉਹ ਮਿੱਟੀ ਦੇ ਭਾਅ ਵੀ ਨਹੀਂ ਵਿਕੀ ਸੀ। ਉਹ ਬਿੱਲ ਪੰਜਾਬ ਦੇ ਵਿੱਚ ਪਾਸ ਕੀਤਾ ਜਾ ਰਿਹਾ। ਬਿਹਾਰ ਦੇ ਵਿੱਚ 2006 ਨੂੰ ਕੀਤਾ ਜਾਂਦਾ ਵਾ। ਉਸ ਤੋਂ ਬਾਅਦ ਬਿਹਾਰੀ ਰੋਂਦਾ। ਪੰਜਾਬ ਦਾ ਕਿਸਾਨ ਕਿਉਂ ਰੋ ਰਿਹਾ ਮੈਨੂੰ ਆ ਦੱਸੋ? ਨਹੀਂ, ਕਿਉਂ ਰੋ ਰਿਹਾ? ਜਦੋਂ ਜਿਸ ਤਨ ਲਾਗੇ ਸੋ ਤਾਂ ਨਹੀਂ ਜਾਣੇ। ਜਦੋਂ ਪੰਜਾਬ ਦੇ ਕਿਸਾਨ ਨਾਲ ਧੱਕਾ ਹੁਣ ਹੋਇਆ ਤਾਂ ਪੰਜਾਬ ਦਾ ਕਿਸਾਨ ਹੁਣ ਹੀ ਸੜਕਾਂ ਤੇ ਆਊਗਾ ਨਾ। ਮਲਟੀਨੈਸ਼ਨਲ ਜਿਹੜੀ ਕੰਪਨੀਆਂ ਹੁੰਦੀਆਂ, ਹੁਣ ਤੁਸੀਂ ਮੈਨੂੰ ਦੱਸੋ, ਆਲੂ ਖਰੀਦਦੇ ਹੋ, ਪਿਆਜ਼ ਖਰੀਦਦੇ ਆ ਆਪਾਂ ਤਾਂ ਨਹੀਂ ਦੇਖਦੇ ਕਿ ਚਕੋਰ ਹੈ
ਪਿਆਜ਼ ਦਾ ਸਾਈਜ਼ ਆ ਸਿੱਧਾ ਵਾ ਸਹੀ ਹੈ, ਇਹ ਸਟੈਂਡਰਡ ਦਾ ਪਿਆਜ਼ ਇਹਨੂੰ ਸਾਈਡ ਤੇ ਰੱਖਿਆ ਜਾਵੇ, ਇਹ ਸਟੈਂਡਰਡ ਦਾ ਆਲੂ ਨੂੰ ਸਾਈਡ ਤੇ ਰੱਖਿਆ ਜਾਵੇ, ਇਹ ਖਰਾਬ ਆਲੂ ਛੋਟਾ ਆਲੂ ਇਹਨੂੰ ਬਾਹਰ ਛੱਡ ਦਿਓ, ਗਈਆਂ ਨੂੰ ਪਾ ਦਿਓ। ਕਿਸਾਨ ਇਸ ਕਰਕੇ ਰੋ ਰਿਹਾ ਵਾ ਕਿ ਕਿਸਾਨ ਕਹਿੰਦਾ ਮੇਰਾ ਜਿਹੜਾ ਆਲੂ ਹੈ, ਜਿਹੜੀ ਮੇਰੀ ਕੋਈ ਵੀ ਫਸਲ ਹੈਗੀ ਆ, ਉਹ ਅੱਜ ਛੋਟੀ ਵੱਡੀ ਨਹੀਂ ਦੇਖੀ ਜਾਂਦੀ। ਮਲਟੀਨੈਸ਼ਨਲ ਕੰਪਨੀ ਆਪਣੇ ਪ੍ਰੋਫਿਟ ਵਾਸਤੇ ਸਹੀ ਚੀਜ਼ਾਂ ਛਾਨਣਗੀਆਂ, ਸਾਈਜ਼ ਉਹਨਾਂ ਦਾ ਇੱਕ ਇਕੁਅਲ ਹੋਊਗਾ, ਬਾਕੀ ਦਾ ਸਾਰਾ ਚਲਾ ਗਿਆ। ਕਿਸਾਨ ਇਸ ਕਰਕੇ ਰੋ ਰਿਹਾ। ਨਹੀਂ ਉਹ ਤਾਂ ਤੁਸੀਂ ਦੇਖੋ, ਮੈਨੂੰ ਤਾਂ ਐਂ ਲੱਗ ਰਿਹਾ ਤੁਸੀਂ ਪੱਤਰਕਾਰ ਮੈਨੂੰ ਬਣਾ ਰਹੇ ਹੋ ਤੇ ਕਿਸਾਨ ਆਪ ਬਣ ਰਹੇ ਹੋ। ਤੁਹਾਨੂੰ ਪਤਾ ਨਹੀਂ ਕਿ ਤਾਂ ਤੁਹਾਨੂੰ ਮੈਂ ਦੱਸ ਰਿਹਾ ਮਲਟੀਨੈਸ਼ਨਲ ਕੰਪਨੀ ਰੂਲ ਰੈਗੂਲੇਸ਼ਨ ਕੀ ਨੇ। ਅਸੀਂ ਕਿਸਾਨ ਆ ਮਹਾਰਾਜ, ਸਾਨੂੰ ਪਤਾ ਹੈ, ਅਸੀਂ ਆਲੂ ਦੀ ਗ੍ਰੇਡਿੰਗ ਵੀ ਜਾਣਦੇ ਹਾਂ। ਅਸੀਂ ਗਲਤ ਗੱਲ ਕਹਿ ਰਹੇ ਜੀ। ਨਹੀਂ ਠੀਕ ਹੈ। ਗਲਤ ਕਹਿਆ ਕੁਝ? ਨਹੀਂ ਠੀਕ ਹੈ। ਮਲਟੀਨੈਸ਼ਨਲ ਕੰਪਨੀਆਂ ਕੀ ਕਰਦੀਆਂ? ਮਲਟੀਨੈਸ਼ਨਲ ਕੰਪਨੀਆਂ ਆਪਣੀਆਂ ਕਾਰਪੋਰੇਟਸ ਦੀਆਂ ਐਕਚੁਅਲੀ ਮੈਂ ਤਾਂ ਇਹ ਕਹੂੰਗਾ ਕਿ ਉਹ ਅੱਜ ਇੰਡੀਆ ਦੇ ਵਿੱਚ ਆ ਕੇ ਮਲਟੀਨੈਸ਼ਨਲ ਕੰਪਨੀਆਂ ਐਕਚੁਅਲੀ ਤਾਂ 1990s ਦੇ ਵਿੱਚ 1990 ਤੋਂ ਇਹ ਮਲਟੀਨੈਸ਼ਨਲ ਕੰਪਨੀਆਂ ਆਉਣੀਆਂ ਚਾਲੂ ਹੋਈਆਂ ਸੀ ਔਰ ਮਲਟੀਨੈਸ਼ਨਲ ਕੰਪਨੀਆਂ ਨੇ ਅੱਜ ਕੋਈ 30 ਸਾਲਾਂ ਦੇ ਵਿੱਚ 1990 ਤੋਂ ਲੈ ਕੇ 1920 ਤੱਕ 2020 ਤੱਕ ਓਕੇ ਇੰਡੀਆ ਨੂੰ ਓਵਰਪਾਵਰ ਕਰ ਲਿਆ ਔਰ ਕੁਝ ਸਾਡੇ ਕਾਰਪੋਰੇਟਸ ਖਾਸ ਕਰਕੇ 2014 ਤੋਂ ਬਾਅਦ ਗੱਲ ਕਰਦੇ ਨਾ ਮੈਨੂੰ ਬਹੁਤ ਵਧੀਆ ਮਿਲਦਾ। ਇੱਕ ਬਾਹਰ ਆ ਜੀ, ਆਵਾਜ਼ ਆ ਰਹੀ, ਇੱਥੇ ਆ ਜਾਂਦੇ ਆਪਾਂ। ਲੇਕਿਨ ਮੈਂ ਇੱਕ ਛੋਟੀ ਜਿਹੀ ਗੱਲ ਪੁੱਛੂੰਗਾ, ਇਹਨਾਂ ਨੂੰ ਲੀਡਰ ਬਣਾਉਣ ਦਾ ਕੋਈ ਫਾਇਦਾ ਹੈਗਾ? ਦੇਖੋ ਲੀਡਰ ਨੂੰ ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ। ਮੈਂ ਤਾਂ ਇਹ ਕਹੂੰਗਾ ਓਵਰਆਲ, ਚਾਹੇ ਉਹ ਇੰਡੀਆ ਦਾ ਕੋਈ ਕੋਨਾ ਹੋਵੇ, ਕੇਰਲਾ ਤੋਂ ਲੈ ਕੇ ਸ਼੍ਰੀਨਗਰ ਤੱਕ ਓਕੇ, ਬੰਬੇ ਤੋਂ ਲੈ ਕੇ ਕੈਲਕਟਾ ਜਾਂ ਜਿਹੜੀਆਂ ਸਾਡੀਆਂ ਨਾਰਥ ਵੈਸਟ ਸਿਟੀ ਆਪਣੇ ਸਟੇਟਾਂ ਹੈਗੀਆਂ, ਮੇਘਾਲਿਆ, ਤ੍ਰਿਪੁਰਾ, ਉੱਥੇ ਤੱਕ ਨੌਲੇਜ ਹੋਣੀ ਚਾਹੀਦੀ ਆ। ਮੈਂ ਸਿਰਫ ਇੰਡੀਆ ਦੀ ਗੱਲ ਹੀ ਨਹੀਂ ਕਰਦਾ, ਮੈਂ ਗਲੋਬਲ ਗੱਲ ਕਰਦਾ। ਜਿਹੜੀ ਤੁਸੀਂ ਗੱਲ ਕੀਤੀ ਆ ਮਲਟੀਨੈਸ਼ਨਲ ਕੰਪਨੀਜ਼ ਦੀ, ਮਲਟੀਨੈਸ਼ਨਲ ਕੰਪਨੀਜ਼ ਦਾ ਮਤਲਬ ਆ ਕਿ ਜਿਹੜੀਆਂ ਬਾਹਰਲੀਆਂ ਅਮਰੀਕਾ, ਕੈਨੇਡਾ, ਯੂਰਪ, ਆਸਟ੍ਰੇਲੀਆ, ਰਾਈਟ, ਇਹ ਜਿਹੜੇ ਧਨਾੜ ਸੀ ਸਾਡੇ ਆ ਕੇ, ਜਿਸ ਤਰ੍ਹਾਂ ਅੱਜ ਇਹ ਲੋਕ ਹੀ ਸਾਡੇ ਫਾਰਮਰ ਕਮਿਊਨਿਟੀ ਕਿਸਾਨ ਲੋਕਾਂ ਤੇ ਇਹ ਅਤਿਆਚਾਰ ਹੋਇਆ, ਜ਼ੁਲਮ ਹੋਇਆ, ਖਾਸ ਕਰਕੇ ਮੋਦੀ ਸਰਕਾਰ ਨੇ ਕੀਤਾ 2000। ਮੈਂ ਤਾਂ ਇਹ ਕਹੂੰਗਾ ਇਹ ਅੱਜ ਜਾਗੇ ਆ, ਇਹ ਅੱਜ ਜਾਗੇ ਆ, ਇਹ ਅੱਜ ਜਾਗੇ ਆ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਜਿਹੜੀ ਇਕਨੋਮੀ ਦੀ ਰੀੜ੍ਹ ਦੀ ਹੱਡੀ ਆ, ਜਿਹਨਾਂ ਨੇ ਕਿ ਇਹ ਗ੍ਰੀਨ ਰੈਵੋਲੂਸ਼ਨ ਲਿਆਂਦਾ ਆ ਇੰਡੀਆ ਦੇ ਵਿੱਚ, ਪਿੰਡਾਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਰਿਮੋਟ ਏਰੀਆਜ਼ ਦੇ ਵਿੱਚ ਜਾ ਕੇ ਬੈਂਕਾਂ ਖੁੱਲੀਆਂ, ਖਾਸ ਕਰਕੇ ਜਿਹੜੇ ਅੱਜ ਅਦਾਰੇ ਅਡਾਨੀ, ਅੰਬਾਨੀ, ਟਾਟਾ, ਬਿਰਲਾਜ਼ ਨੂੰ ਮੋਦੀ ਸਰਕਾਰ ਲਿਆ ਰਹੀ ਆ। ਮੋਦੀ ਉਹਨਾਂ ਦਾ ਮੈਂ ਤਾਂ ਇਹ ਕਹੂੰਗਾ ਹੱਥ ਠੋਕਾ ਆ। ਮੋਦੀ ਨੂੰ ਮੈਂ ਤਾਂ ਇਹ ਕਹੂੰਗਾ ਕਿ ਮੋਦੀ ਨੂੰ ਜਾਂ ਬੀਜੇਪੀ ਸਰਕਾਰ ਨੂੰ ਜਾਂ ਆਰਐਸਐਸ ਨੂੰ, ਐਕਚੁਅਲੀ ਬੀਜੇਪੀ ਜਿਹੜੀ ਆ ਉਹ ਆਰਐਸਐਸ ਦਾ ਇੱਕ ਸ਼ਾਖਾ ਆ, ਪੋਲੀਟੀਕਲ ਸ਼ਾਖਾ ਬਣਾਈ ਸੀ ਇਹਨਾਂ ਨੇ ਇਸੇ ਵਾਸਤੇ ਕਿ ਜਦੋਂ ਤੱਕ ਸਾਨੂੰ ਰਾਜ ਨਹੀਂ ਮਿਲਦਾ, ਆਰਐਸਐਸ ਦਾ ਏਜੰਡਾ ਜਿਹੜਾ ਇੰਡੀਆ ਦੇ ਵਿੱਚ, ਖਾਸ ਕਰਕੇ ਮੈਂ ਇਹ ਵੀ ਕਹੂੰਗਾ ਕਿ ਇਹਨਾਂ ਦਾ, ਮੈਨੂੰ ਤਾਂ ਇਹ ਲੱਗਦਾ ਆ, ਮੇਰੇ ਪਰਸਨਲ ਵਿਊਜ਼ ਆ ਕਿ ਹਿੰਦੂ ਰਾਸ਼ਟਰਵਾਦ ਵੱਲ ਨੂੰ ਵੱਧ ਰਿਹਾ ਆ, ਟੂ ਬੀ ਵੈਰੀ ਫਰੈਂਕ ਓਕੇ। ਇੱਥੇ ਘੱਟ ਗਿਣਤੀਆਂ ਦਾ ਮੇਰਾ ਖਿਆਲ ਆ ਘਾਣ ਕੀਤਾ ਜਾ ਰਿਹਾ। ਕਿਹੜੀ ਡੈਮੋਕ੍ਰੇਸੀ ਰਹਿ ਗਈ ਵੀਰ ਜੀ? ਡੈਮੋਕ੍ਰੇਸੀ ਦਾ ਮਤਲਬ ਸੀ ਅਬਰਾਹਮ ਲਿੰਕਨ ਦਾ, ਡੈਮੋਕ੍ਰੇਸੀ ਇਜ਼ ਆਫ ਦਾ ਪੀਪਲ, ਬਾਏ ਦਾ ਪੀਪਲ ਐਂਡ ਫॉर ਦਾ ਪੀਪਲ। ਕਿੱਥੇ ਰਹਿ ਗਈ ਫॉर ਦਾ ਪੀਪਲ? ਆ ਜਿਹੜੇ ਹਜ਼ਾਰਾਂ ਲੋਕੀ ਅੱਜ ਕਿਸਾਨ ਵੀ ਸੜਕਾਂ ਤੇ ਆ ਗਏ। ਸਾਨੂੰ ਮੈਂ ਤੁਹਾਨੂੰ ਪਹਿਚਾਣ ਕਰਵਾਉਣਾ ਆਪਣੀ, ਮੈਂ ਬੈਂਕਿੰਗ ਸਰਕਲ ਦਾ ਲੀਡਰ ਆ ਓਕੇ। ਇਹਨਾਂ ਨੇ ਬੈਂਕਾਂ ਨੂੰ ਪਹਿਲਾਂ ਹੱਥ ਪਾਇਆ। ਇਹ ਜਿਹੜੀ ਇੰਡਸਟਰੀ ਨੇ, ਜਿਹੜੀ ਬੈਂਕਿੰਗ ਇੰਡਸਟਰੀ ਰੀੜ੍ਹ ਦੀ ਹੱਡੀ ਮੰਨੀ ਜਾਂਦੀ ਹੈ ਇਕਨੋਮੀ ਦੀ, ਉਹਨੂੰ ਹੱਥ ਪਾ ਲਿਆ। ਸਭ ਤੋਂ ਪਹਿਲਾਂ 7 ਬੈਂਕਾਂ ਸੀਗੀਆਂ ਸਾਡੀਆਂ, ਸਟੇਟ ਬੈਂਕ ਆਫ ਇੰਡੀਆ ਐਂਡ ਸਟੇਟ ਬੈਂਕ ਆਫ ਇੰਡੀਆ ਦੀ ਸਬਸਿਡਰੀਜ਼, ਸਭ ਤੋਂ ਪਹਿਲਾਂ ਇਹਨੇ ਉਹਨੂੰ ਡੀ ਨੈਸ਼ਨਲਾਈਜ਼ ਕੀਤਾ ਓਕੇ। 7 ਤੋਂ 1 ਬੈਂਕ ਬਣਾਤਾ। ਸਾਨੂੰ ਉਦੋਂ ਵੀ ਜਾਗ ਆ ਗਈ ਸੀ, ਸਾਨੂੰ ਤਾਂ ਪਤਾ ਸੀ ਕਿ ਬਾਕੀ ਵੀ ਜਿਹੜੇ ਪਬਲਿਕ ਸੈਕਟਰ ਅਦਾਰੇ ਆ, ਗਵਰਨਮੈਂਟ ਦੇ ਅਦਾਰੇ ਆ, ਗਵਰਨਮੈਂਟ ਦੀਆਂ ਬੈਂਕਾਂ ਆ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ, ਯੂਨਾਈਟਿਡ ਬੈਂਕ, ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਜਿਹੜੇ ਵੀ ਬੈਂਕਾਂ ਸੀਗੀਆਂ, ਕਿਤੇ ਇਹਨਾਂ ਨੂੰ ਵੀ ਹੱਥ ਨਾ ਪਾ ਲੈ। ਪਰ ਲੱਗਦਾ ਸੀ ਕਿ ਸਭ ਤੋਂ ਪਹਿਲਾਂ ਜਿਸ ਬੈਂਕ ਨੇ, ਲੀਡ ਬੈਂਕ ਨੇ, ਖਾਸ ਕਰਕੇ ਜਿਹੜਾ ਸਟੇਟ ਬੈਂਕ ਆਫ ਇੰਡੀਆ ਹੈ, ਉਹ ਇੱਕ ਲੀਡ ਬੈਂਕ ਮੰਨਿਆ ਜਾਂਦਾ, ਟ੍ਰੇਰੀ ਹੈ ਗਵਰਨਮੈਂਟ ਦੀ। ਉਹਨੇ ਸਾਰੇ ਦਾ ਸਾਰਾ ਢਾਂਚਾ ਹੀ
ਜਿਨ੍ਹਾਂ ਨੇ, ਮੈਂ ਤੁਹਾਨੂੰ ਪਹਿਲਾਂ ਕਿਹਾ ਸੀ, ਰਿਮੋਟ ਏਰੀਆਜ਼ ਦੇ ਵਿੱਚ ਜਾ ਕੇ ਇਕਨੋਮੀ ਨੂੰ, ਖਾਸ ਕਰਕੇ ਐਗਰੀਕਲਚਰ ਸੈਕਟਰ ਨੂੰ, ਔਰ ਜਿਹੜੇ ਸਾਡੇ ਛੋਟੇ ਵਿਚਾਰੇ, ਕੋਈ ਮੋਚੀ ਸੀ, ਕੋਈ ਘਰੇਲੂ ਪਿੰਡਾਂ ਦੇ ਜਿਹੜੇ ਲੋਕੀ ਲੋਹਾਰ ਸੀ, ਉਹਨਾਂ ਨੂੰ ਜਾ ਕੇ ਸਹਾਇਤਾ ਦਿੱਤੀ ਫਾਈਨੈਂਸ਼ੀਅਲ, ਔਰ ਉਹਨਾਂ ਦਾ ਜੀਵਨ ਪੱਧਰ ਉੱਚਾ ਕੀਤਾ। ਨਹੀਂ ਤਾਂ ਇਟ ਵਾਜ਼ ਨਾਟ ਏ ਮਾਸ ਬੈਂਕਿੰਗ ਹੋਈ ਜਿਹੜੀ ਬੀਬੀ ਇੰਦਰਾ ਗਾਂਧੀ, ਮਿਸਿਸ ਇੰਦਰਾ ਗਾਂਧੀ, ਅਸੀਂ ਪੁੱਛਦੇ ਹਾਂ ਅੱਜ ਉਸ ਮਿਸਿਸ ਇੰਦਰਾ ਗਾਂਧੀ ਨੂੰ, ਅਸੀਂ ਮਿਸਿਸ ਇੰਦਰਾ ਗਾਂਧੀ ਨੂੰ ਅੱਜ ਯਾਦ ਕਰਦੇ ਹਾਂ। ਮਿਸਿਸ ਇੰਦਰਾ ਗਾਂਧੀ ਵਰਸਸ ਮੋਦੀ। ਮਿਸਿਸ ਇੰਦਰਾ ਗਾਂਧੀ ਨੇ 1969 ਦੇ ਵਿੱਚ ਇਹਨਾਂ ਟਾਟਾ ਬਿਰਲਿਆਂ ਨੂੰ ਪਰੇ ਕਰਕੇ, ਅੰਬਾਨੀਆਂ ਨੂੰ ਪਰੇ ਕਰਕੇ, ਘਰਾਣਿਆਂ ਵੱਡਿਆਂ ਨੂੰ ਪਰੇ ਕਰਕੇ, ਬੈਂਕਾਂ ਨੂੰ ਉਹਨਾਂ ਦੇ ਹੱਥਾਂ 'ਚੋਂ ਲੈ ਕੇ 14 ਬੈਂਕਾਂ ਨੂੰ ਨੈਸ਼ਨਲਾਈਜ਼ ਕੀਤਾ ਸੀ। ਉਹਨੇ ਉਸ ਤੋਂ ਬਾਅਦ ਫਿਰ 12 ਸਾਲ ਬਾਅਦ 1980-81 ਦੇ ਵਿੱਚ ਆ ਕੇ ਫਿਰ 6 ਬੈਂਕਾਂ ਨੂੰ ਹੋਰ ਨੈਸ਼ਨਲਾਈਜ਼ ਕੀਤਾ, ਜਿਨ੍ਹਾਂ ਨੇ ਕਿ ਇਹਨਾਂ ਕਿਸਾਨਾਂ ਦੀ ਹਮਾਇਤ ਕੀਤੀ। ਔਰ ਅੱਜ ਦੇਖੋ ਥਾਂ ਤੇ ਆਪਣਾ, ਮੈਂ ਤਾਂ ਇਹ ਕਹੂੰਗਾ ਇਕੱਲਾ ਪੰਜਾਬ ਹੀ ਨਹੀਂ, ਹਰਿਆਣਾ, ਰਾਜਸਥਾਨ, MP ਜਾਂ ਈਵਨ UP, ਰਾਈਟ, ਅੱਜ ਹਰਾ ਭਰਾ ਆ। ਕਿਹਨਾਂ ਦੀ ਖਾਤਰ? ਬੈਂਕਾਂ ਦੀ ਖਾਤਰ। ਅੱਜ ਮੈਂ ਤਾਂ ਇਹ ਕਹੂੰਗਾ ਕਿ ਇੰਡੀਆ ਇਜ਼ ਔਨ। ਉਸ ਤੋਂ ਬਾਅਦ ਇਹਨਾਂ ਨੂੰ ਛੱਡੋ, ਬਾਕੀ ਦੀਆਂ ਜਿਹੜੀਆਂ ਬੈਂਕਾਂ ਵੀ ਸੀ ਵੀਰ ਜੀ, ਉਹਨਾਂ ਨੂੰ ਵੀ ਇਹਨਾਂ ਨੇ ਡੀਨੈਸ਼ਨਲਾਈਜ਼ ਕਰਤਾ। ਛੋਟੀ ਜੀ ਗੱਲ ਕਰਨਾ ਚਾਹੁੰਦਾ ਤੇ ਤੁਹਾਡੇ ਨਾਲ ਸਰ, ਹਾਂ ਬੋਲੋ, ਕਿ ਅੱਜ ਜਿਹੜੀਆਂ ਸਿਆਸੀ ਪਾਰਟੀਆਂ, ਜਿੱਦਾਂ ਮੈਂ ਗੱਲ ਕਰਾਂ, ਜਿਨ੍ਹਾਂ ਨੂੰ ਪਤਾ ਸੀ ਆ ਬਿੱਲ ਪਾਸ ਹੋਣੇ ਨੇ, ਜਿਨ੍ਹਾਂ ਦੇ ਮੈਨੀਫੈਸਟੋ 'ਚ ਲਿਖਿਆ ਸੀਗਾ, ਜਿਹੜੇ ਵਿੱਤ ਮੰਤਰੀ ਸੀਗੇ, ਜਿਹੜੇ ਬਹਿੰਦੇ ਸੀਗੇ ਵਿੱਤ ਮੰਤਰੀ, ਜਿਹੜੇ ਅਸਤੀਫਾ ਦੇ ਦਿੰਦੇ ਨੇ ਬਾਅਦ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅੱਜ ਉਹ ਇਹਨਾਂ ਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਇਕੱਠੇ ਹੁੰਦੇ ਨੇ। ਉਹ ਇਕੱਠੇ ਕਿਉਂ ਹੋ ਰਹੇ ਨੇ? ਕਿ ਪੰਜਾਬ ਵਿੱਚ ਵਿਰੋਧ ਦੇਖ ਕੇ ਇਹਨਾਂ ਦਾ, ਕੀ ਆਪਣੀ 2022 ਜਾਂ 2024 ਦੀ ਤਿਆਰੀਆਂ? ਨਹੀਂ ਵੀਰ ਜੀ, ਮੈਂ ਇਹ ਕਹੂੰਗਾ ਕਿ ਜਿਹੜੇ ਖਾਸ ਕਰਕੇ ਅੱਜ ਦੇ ਦਿਨ ਬਿੱਲ ਪਾਸ ਹੋਏ ਆ, 3 ਬਿੱਲ ਖੇਤੀ ਦੇ ਅਗੇਂਸਟ, ਕਿਸਾਨਾਂ ਦੇ ਅਗੇਂਸਟ, ਕਮ ਸੇ ਕਮ ਜਿਸ ਤਰ੍ਹਾਂ ਇੱਕ ਭਾਈਵਾਲ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ, ਉਹਨੇ ਵੀ ਬੈਕਫੁੱਟ ਤੇ ਆ ਕੇ ਆਪਣੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦੇਤਾ, ਰਾਈਟ। ਇਹਨਾਂ ਨੂੰ ਅਜੇ ਵੀ ਗਿਆਨ ਨਹੀਂ, ਹਜੇ ਵੀ ਜਿਹੜੇ ਸਾਡੇ ਮਿਸਟਰ ਤੋਮਰ ਹੈ ਐਗਰੀਕਲਚਰ ਮਿਨਿਸਟਰ, ਅਜੇ ਵੀ, ਅੱਜ ਵੀ ਮੈਂ ਹੁਣ ਵੀ ਸੁਣ ਕੇ ਆ ਰਿਹਾ ਸੀ, ਸਾਡੇ ਹਿਮਾਚਲ ਪ੍ਰਦੇਸ਼ ਤੋਂ ਅਨੁਰਾਗ ਠਾਕੁਰ ਹੈ, ਮਿਨਿਸਟਰ ਆਫ ਸਟੇਟ ਫਾਰ ਫਾਈਨਾਂਸ, ਉਹਨਾਂ ਦੀ ਵੀ ਮੈਂ ਦਲੀਲ ਸੁਣ ਰਿਹਾ ਸੀ। ਇਸ ਦਲੀਲ ਦੇ ਵਿੱਚ ਕੋਈ ਵੀ ਰੱਤਾ ਭਰੀ ਵੀ ਸੱਚ ਨਹੀਂ ਹੈ, ਇਹ ਸਭ ਝੂਠ ਹੈ। ਇਹਨਾਂ ਕਿਸਾਨਾਂ ਦੇ ਨਾਲ ਧੋਖਾ ਹੋ ਰਿਹਾ। ਅੱਜ ਠੀਕ ਹੈ, ਉਹ MSP ਵੀ ਕਹਿੰਦੇ ਆ ਕਿ MSP ਲਾਗੂ ਰਹੂਗੀ ਜੀ, ਮੰਡੀਆਂ ਰਹਿਣਗੀਆਂ ਵੀ, ਇਹ ਬਟ ਕੁਝ ਦਿਨਾਂ ਦਾ ਖੇਡ ਹੋਏਗਾ, ਇਹਨਾਂ ਨੂੰ ਧੋਖੇ 'ਚ ਨਹੀਂ ਇਲੈਕਸ਼ਨ ਤੱਕ ਰਹੂਗਾ, ਤੁਹਾਨੂੰ ਵੀ ਲੱਗਦਾ? ਨਹੀਂ, ਇਲੈਕਸ਼ਨ ਤੱਕ ਇਹ ਭੰਬਲ ਪੁੱਸੇ 'ਚ ਪਾਏ ਰੱਖਣਗੇ। ਪਰ ਮੇਰਾ ਆਪਣਾ ਖਿਆਲ ਆ ਕਿ ਜਿਹੜਾ BJP ਆ, ਅਖੀਰਲਾ ਮੈਨੂੰ ਲੱਗਦਾ ਅਜੇ ਵੀ ਹੋਰ ਵੀ ਹੈਗਾ ਆ, ਬਿਕੋਜ਼ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਇੰਡੀਆ ਇਜ਼ ਔਨ ਸੇਲ। ਜਿਹੜੀ ਧਰਤੀ ਸੀ, ਜਿਹੜੀ ਖੇਤੀ ਸੀ, ਜਿਹੜੇ ਕਿਸਾਨ ਦੀ ਜ਼ਮੀਨ ਹੀ ਸੀ, ਉਹਨੂੰ ਹੀ ਹੜੱਪ ਲਿਆ ਜਾਊਗਾ। ਕਾਰਪੋਰੇਟਸ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਮਲਟੀਨੈਸ਼ਨਲ ਕੰਪਨੀਆਂ, ਜਾਂ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ ਕਾਰਪੋਰੇਟਸ ਦਾ ਨਾਮ ਆਪਾਂ ਦਿੰਦੇ ਆ, ਰਾਈਟ, ਉਹੀ ਇਹਨਾਂ ਨੂੰ ਹੜੱਪ ਲੈਣਗੀਆਂ। ਤੇ ਇਹ ਤਾਂ ਮੈਨੂੰ ਲੱਗਦਾ ਇਹਨਾਂ ਦੇ ਕੋਲ ਜ਼ਮੀਨ ਰੱਤਾ ਭਰ ਵੀ ਨਹੀਂ ਰਹਿਣੀ। ਕਾਹਦੇ ਕਿਸਾਨ ਰਹਿਣਗੇ? ਕਿਹੜੀਆਂ ਮੰਡੀਆਂ? ਔਰ ਇਹਨਾਂ ਦੇ ਨਾਲ ਪੱਲੇਦਾਰ ਗਏ, ਵਪਾਰੀ ਗਏ, ਸਾਰੇ ਹੀ ਗਏ ਇੱਕੋ ਹੱਲੇ 'ਚ। ਮੋਦੀ ਨੇ ਸਾਰਿਆਂ ਨੂੰ ਚਿੱਤ ਕਰਤਾ। ਮੇਰੇ ਆਪਣੇ ਖਿਆਲ ਅਨੁਸਾਰ ਇਹਨੂੰ ਡੈਮੋਕ੍ਰੈਟਿਕਲੀ ਮੈਂ ਕਹਿ ਰਿਹਾ, ਜਿਹੜਾ ਹਥਿਆਰ ਆ ਸਾਡਾ ਵੋਟਾਂ ਦਾ ਆ, ਇਹਨਾਂ ਨੂੰ ਚੱਲਦਾ ਰਹਿਣ ਦੇਣਾ ਚਾਹੀਦਾ ਹੈ, ਚੱਲਦਾ ਕਰ ਦੇਣਾ ਚਾਹੀਦਾ ਆ ਦੇਸ਼ ਦੇ ਵਿੱਚੋਂ। ਦੇਸ਼ ਨੂੰ ਨਹੀਂ ਤਾਂ ਬਹੁਤ, ਅੱਬਲ ਤਾਂ ਪਹਿਲਾਂ ਹੀ ਹੁਣ ਬਹੁਤ ਵੱਡਾ ਨੁਕਸਾਨ ਹੋ ਗਿਆ, ਜਿਹਦੇ ਨਾਲ ਵੀ ਵੀਰ ਜੀ ਮੈਂ ਇੱਕ ਤੁਹਾਨੂੰ ਕਹੂੰਗਾ, ਅੱਜ ਜੈ ਜਵਾਨ ਜੈ ਕਿਸਾਨ, ਜੈ ਜਵਾਨ ਮਰ ਰਿਹਾ ਆ ਚਾਈਨਾ ਜਾਂ ਪਾਕਿਸਤਾਨ ਦੇ ਬਾਰਡਰ ਤੇ। ਇਹ ਕਹਿੰਦੇ ਸੀ 56 ਇੰਚ ਦੀ ਛਾਤੀ ਵੀ ਅਸੀਂ ਇੱਕ ਜਾਂ ਦੋ ਜਵਾਨਾਂ ਦੀ ਵਿਚਾਰਿਆਂ ਦੀ ਸ਼ਹੀਦ ਹੋ ਜਾਂਦੇ ਸੀਗੇ, ਹੱਤਿਆ ਹੋ ਜਾਂਦੀ ਸੀ, ਪਾਕਿਸਤਾਨ ਵਾਲੇ ਸਿਰ ਵੱਢ ਕੇ ਲੈ ਜਾਂਦੇ ਸੀ, ਤੇ ਮੋਦੀ ਹੁਣੀ ਸੜਕਾਂ ਤੇ ਆ ਕੇ ਤਾਲੀਆਂ ਦੇ ਥਾਲੀਆਂ ਵਜਾਉਂਦੇ ਹੁੰਦੇ ਸੀ ਵੀ ਕਾਂਗਰਸ ਗਵਰਨਮੈਂਟ ਜਾਂ ਸਰਦਾਰ ਮਨਮੋਹਨ ਸਿੰਘ ਪਿਛਲੇ 10 ਸਾਲਾਂ 'ਚ ਕੀ ਕਰਦਾ ਰਿਹਾ। ਅੱਜ ਪਤਾ ਨਹੀਂ 20 ਸ਼ਹੀਦ ਹੋਏ ਆ ਕਿ ਕਿੰਨੇ ਸ਼ਹੀਦ ਹੋਏ ਆ ਗਲਵਾਨ ਘਾਟੀ ਦੇ ਵਿੱਚ, ਚਾਈਨਾ ਦੇ ਬਾਰਡਰ ਤੇ। ਔਰ ਉੱਥੇ ਕੀ ਹਾਲਾਤ ਆ, ਮੇਰੀ ਗੱਲ ਸੁਣੋ, ਇਹਨਾਂ ਨੂੰ ਕੋਈ ਰੱਤਾ ਭਰ ਨਹੀਂ, ਸਿਰਫ ਤੇ ਸਿਰਫ ਤੁਹਾਡਾ ਮੀਡੀਆ ਮੁਆਫ ਕਰਨਾ। ਮੈਂ ਇੱਕ ਜ਼ਰੂਰ ਗੱਲ ਕਹੂੰਗਾ, ਮੀਡੀਆ ਇੱਕ ਸਤੰਭ ਹੈ ਡੈਮੋਕ੍ਰੇਸੀ ਦਾ, ਰਾਈਟ। ਮੀਡੀਆ ਨੂੰ ਸੁਤੰਤਰ ਹੋ ਕੇ ਜਿਸ ਤਰੀਕੇ ਨਾਲ ਮਿਸਟਰ ਵੀਸ਼ ਕੁਮਾਰ ਜਾਂ ਪ੍ਰਸੰਨ ਕੁਮਾਰ ਵਾਜਪਾਈ ਵਗੈਰਾ ਜਾਂ ਚੌਰਸੀਆ ਜੀ ਇਸ ਤਰ੍ਹਾਂ ਗੱਲ ਕਰਦੇ ਆ, ਮੇਰਾ ਖਿਆਲ ਹੈ ਕਿ ਮੀਡੀਆ ਨੂੰ, ਚੈਨਲਸ ਨੂੰ ਟੋਟਲੀ
ਸੁਤੰਤਰ ਹੋ ਕੇ ਡੈਮੋਕ੍ਰੇਸੀ ਦਾ ਇੱਕ ਸਤੰਭ ਦੇ ਤੌਰ ਤੇ ਕੰਮ ਕਰਨਾ ਚਾਹੀਦਾ। ਅੱਜ ਸਿਰਫ ਅਸੀਂ ਕੀ ਸੁਣਦੇ ਆ, ਇਹਨਾਂ ਵਿਚਾਰਿਆਂ ਦੀ ਅੱਜ ਦੇਖੋ ਸੜਕਾਂ ਤੇ ਆ, ਸਾਰਾ ਹਿੰਦੁਸਤਾਨ ਸੜਕਾਂ ਤੇ ਆ, ਕਾਲੇ ਕਾਨੂੰਨ ਪਾਸ ਹੋ ਰਹੇ ਆ, ਬੈਂਕਾਂ ਲੁੱਟ ਗਈਆਂ, ਜਿਨ੍ਹਾਂ ਦੇ ਮਗਰ ਵੀ ਇੰਡੀਆ ਲੱਗਾ ਹੋਇਆ ਸੀ, ਰੇਲਵੇ। ਅਰੇ ਡਿਫੈਂਸ ਦੇ ਵਿੱਚ 74%, ਮੇਰੀ ਗੱਲ ਸੁਣੋ, ਜਿਹਦੀ ਮੈਂ ਗੱਲ ਕਰਦਾ, ਡਿਫੈਂਸ ਦੇ ਵਿੱਚ ਕਦੇ ਵੀ ਨਹੀਂ ਸੀ ਹੋਇਆ ਕਿ FDI ਆਊਗੀ। ਡਿਫੈਂਸ ਦੇ ਵਿੱਚ 74%, ਰੇਲਵੇ ਗਈ, BSNL ਗਿਆ, ਕਿੰਨੂੰ ਵੇਚਤਾ ਅਡਾਨੀਆਂ ਬਾਨੀਆਂ ਨੂੰ। ਹੁਣ ਸਾਨੂੰ ਇਹਨਾਂ ਦੇ ਅੱਗੇ ਗੁਲਾਮ ਕਰਨਾ ਪਊਗਾ। ਸਾਡਾ ਜਿਹੜਾ ਅੱਜ ਮਜ਼ਦੂਰ ਆ, ਜਾਂ ਸਾਡਾ ਜਿਹੜਾ ਮੁਆਫ ਕਰਨਾ ਯੰਗ ਬ੍ਰਿਗੇਡ ਆ, ਜਾਂ ਜਿਹੜੇ ਜਵਾਨ ਆ, ਇਹਨਾਂ ਨੂੰ ਨੌਕਰੀ ਕਿੱਥੋਂ ਮਿਲੂਗੀ? ਇਹਨਾਂ ਦੀ ਅੱਜ ਤੋਂ ਬਾਅਦ ਐਕਸਪਲੋਇਟੇਸ਼ਨ ਹੋਊਗੀ। ਜਿਹੜੇ ਮੋਦੀ ਦੇ ਹੱਥਕੰਡੇ ਵੇਚ ਰਹੇ ਆ, ਜਿਨ੍ਹਾਂ ਨੂੰ ਆਪਣੀਆਂ ਇੰਡਸਟਰੀਆਂ ਜਾਂ ਜਿਨ੍ਹਾਂ ਨੂੰ ਖੇਤੀ ਵੀ, ਇਹ ਮਜ਼ਦੂਰ ਬਣ ਜਾਣਗੇ ਵਾਕਿਆ ਹੀ। ਇਹ ਸਵੇਰੇ 8 ਵਜੇ ਜਾਇਆ ਕਰਨਗੇ, ਰਾਤ ਨੂੰ 8 ਵਜੇ ਵੀ ਪੁੱਛ ਕੇ ਆਇਆ ਕਰਨਗੇ, ਜੀ ਸੌਰੀ ਜੀ ਅਸੀਂ ਜਾ ਆਈਏ, ਚੱਲੀਏ ਜੀ। ਨਹੀਂ ਕਾਕਾ, ਇਹ ਕੰਮ ਰਹਿੰਦਾ ਕਰਕੇ ਜਾਈ ਤੇ ਸਵੇਰੇ ਟਾਈਮ ਤੇ ਪਹੁੰਚ ਜਾਈ। ਕੋਈ ਸ਼ਨੀਵਾਰ ਕੋਈ ਐਤਵਾਰ ਨਹੀਂ। ਇਸ ਤੋਂ ਵੱਧ ਮੈਂ ਹੋਰ ਗੱਲ ਕਹੂੰਗਾ, ਇਹਨਾਂ ਦਾ ਰੌਲਾ ਚੱਲ ਰਿਹਾ ਸੀ ਅਜੇ ਫਾਰਮਿੰਗ ਕਮਿਊਨਿਟੀ ਦਾ, ਰਾਈਟ, ਕਿਸਾਨ ਵਿਰੋਧ ਕਰ ਰਹੇ ਸੀ। ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਕਿ ਲੋਕ ਸਭਾ ਔਰ ਰਾਜ ਸਭਾ ਦੇ ਵਿੱਚ ਰਿਪਰੈਜ਼ੈਂਟ ਕਰਦੀਆਂ ਆ ਆਪੋਜੀਸ਼ਨ ਦੇ ਤੌਰ ਤੇ, ਰਾਈਟ, ਰਾਜ ਸਭਾ ਦੇ ਬਾਹਰ ਆ ਕੇ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ 8 ਜਿਹੜੇ ਸੀਗੇ ਆਪੋਜੀਸ਼ਨ ਦੇ ਸੰਸਦ ਪਾਰਲੀਮੈਂਟੇਰੀਅਨਸ, ਉਹਨਾਂ ਨੂੰ ਸਸਪੈਂਡ ਕੀਤਾ। ਕਿਉਂ ਕੀਤਾ? ਕਿਉਂਕਿ ਜਿਹੜੀ ਲੇਬਰ ਆ, ਫਾਰਮਿੰਗ ਤੋਂ ਬਾਅਦ ਲੇਬਰ ਆ ਵਿਚਾਰੀ, 50 ਕਰੋੜ ਤੋਂ ਵੱਧ ਲੇਬਰ ਹੈ ਵੀਰ ਜੀ, ਆਰਗੇਨਾਈਜ਼ਡ ਔਰ ਮੈਨੂੰ ਪੂਰੀ ਕਰ ਲੈਂਦੋ ਪਲੀਜ਼। ਲੇਬਰ ਦੇ ਕਾਲੇ ਕਾਨੂੰਨ ਜਿਹੜੇ ਪਾਸ ਕੀਤੇ ਆ, 44 ਸਾਡੇ ਪਿਛਲੇ 70 ਸਾਲਾਂ ਤੋਂ 44 ਸਾਡੀ ਫੇਵਰ ਦੇ ਵਿੱਚ ਲਾਅ ਸੀਗੇ ਪਾਸ ਕੀਤੇ ਹੋਏ ਸੀ, ਉਹ ਲਾਅ ਕੱਢ ਕੇ ਇਹਨਾਂ ਨੇ 4 ਕੋਡ ਬਿੱਲ ਬਣਾਤੇ। ਹੁਣ ਕੋਈ ਅਪੀਲ ਨਹੀਂ ਗਰੀਬ ਕੋਲੇ, ਮਜ਼ਦੂਰ ਕੋਲੇ, ਨਾ ਦਲੀਲ ਆ, ਨਾ ਕਿਤੇ ਜਾ ਸਕਦਾ ਆ। ਇਹ ਸਾਡਾ ਬਹੁਤ ਹੀ ਵਧੀਆ ਸਾਨੂੰ ਮਿਲੇ ਨੇ ਇੱਥੇ, ਜਿਨ੍ਹਾਂ ਨੇ ਦੱਸਿਆ ਕਿ ਜਿਹੜੇ ਸਿਆਸੀਦਾਰ ਜਿਹੜੇ ਹੈਗੇ ਨੇ, ਉਹਨਾਂ ਨੂੰ ਸਿਆਸੀਆਂ ਰੋਟੀਆਂ ਸੇਕਣ ਦੀ ਬਜਾਏ ਪਹਿਲੇ ਐਜੂਕੇਟਿਡ ਹੋਣਾ ਚਾਹੀਦਾ, ਤਾਂ ਕਿ ਉਹ ਐਜੂਕੇਟਿਡ ਹੋਣਗੇ ਤਾਂ ਹੀ ਕਿਸਾਨਾਂ ਦਾ ਸਾਥ ਦੇ ਸਕਣਗੇ। ਲੇਕਿਨ ਕਈ ਲੀਡਰ ਸਿਆਸੀਆਂ ਨੂੰ ਅਸੀਂ ਪੁੱਛਿਆ, ਕਈ ਇੱਥੇ ਲੋਕ ਵੀ ਜਿਹੜੇ ਸੀਗੇ ਇੱਥੇ ਮਿਲੇ ਨੇ, ਜਿਨ੍ਹਾਂ ਨੂੰ MSP ਦਾ ਜਿਹੜਾ ਫੁੱਲ ਡਿਟੇਲ ਨਹੀਂ ਪਤਾ, ਉਹ ਕਾਹਦੋਂ ਇੱਥੇ ਆਏ ਨੇ। ਲੇਕਿਨ ਉਹਨਾਂ ਨੂੰ ਕੁਛ ਐਜੂਕੇਟਿਡ ਹੋਣਾ ਚਾਹੀਦਾ, ਐਜੂਕੇਟਿਡ ਤੋਂ ਬਾਅਦ ਹੀ ਇਹਨਾਂ ਨੂੰ ਇੱਥੇ ਆਉਣਾ ਚਾਹੀਦਾ। ਲੇਕਿਨ ਗੱਲ ਬਹੁਤ ਵਧੀਆ ਲੱਗੀ ਸਰ ਦੀ ਕਿ ਜਿਹੜੇ ਪ੍ਰਾਈਵੇਟ ਘਰਾਣੇ ਨੇ ਉਹ ਰਾਜ ਕਰਨਗੇ ਇੱਥੇ। ਇੰਦਰਾ ਗਾਂਧੀ ਦੇ ਰਾਜ ਦੇ ਵਿੱਚ 7 ਜਿਹੜੇ ਬੈਂਕ ਆਏ ਸੀਗੇ, ਉਹ ਬੈਂਕਾਂ ਤੋਂ ਬਾਅਦ ਜਿਹੜਾ ਹੈਗਾ ਵਾ ਪਨਾਹ ਜਿਹੜਾ ਚੱਲਣਾ ਸ਼ੁਰੂ ਹੋਇਆ ਸੀ। ਲੇਕਿਨ ਕਿਤੇ ਨਾ ਕਿਤੇ ਜਿਹੜਾ ਤੁਗਲੀ ਫਰਮਾਨ ਜਿਹਨੂੰ ਕਿਹਾ ਜਾ ਸਕਦਾ ਵਾ ਸਰਕਾਰਾਂ ਵੱਲੋਂ, ਜਿਹੜਾ ਹੈਗਾ ਕਿਤੇ ਨਾ ਕਿਤੇ ਵਾਪਸ ਲੈਣਾ ਪਊਗਾ। ਵਾਪਸ ਕਿੱਦਾਂ ਲਿਆ ਜਾਊਗਾ? ਜਦੋਂ ਸਾਰੀ ਸਰਕਾਰਾਂ ਇਕਜੁੱਟ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਨਗੀਆਂ, ਤਾਂ ਹੀ ਬਿੱਲ ਜਿਹੜਾ ਹੈਗਾ ਰੱਦ ਹੋਊਗਾ। ਲੁਧਿਆਣਾ ਤੋਂ ਦੀਪਾ ਦੇ ਨਾਲ ਮੈਂ ਵਿਸ਼ਾਲ ਕਪੂਰ, ਰੋਜ਼ਾਨਾ ਸਪੋਕਸਮੈਨ TV।